ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰਿ ਭਜ ਮਨਾ। ਜਿਹ ਬਿਦ ਜਲ ਕੋ ਮੀਨ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਲੈ ਸ਼ਾਹ। ਜਿਸ ਪਾਸ ਬੈਠਿਆ ਸੋਈਐ, ਸਭਨਾ ਲਾਵੇ ਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਤਿਤ ਉਦਾਹਰਨ ਪੈ ਹਰਨਾ, ਹਰਿ ਅਨਾਥ ਕੀ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਧ। ਪਤਿਤ ਉਦਾਹਰਨ ਭੈ ਹਰਨਾ, ਹਰਿ ਅਨਾਥ ਕੀ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਬਿਰਾਜੀ ਗੁਰੂ ਸੰਗਤ ਜੀਓ। ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ। ਆਪ ਸਭ ਮਾਈ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਕੇ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਸਾਹਿਬ ਜੀ ਕੇ 400 ਸਾਲਾ इस पुरब नूं आप जी मनाते हुए गुरु की बाणी श्लोक महला 9। इस बाणी की विचार सारे रल मिल के गुरु की कृपा सदका वाच रहे हाँ। गुरु साहब जी अपना मेल भरिया हाथ रख के इस तरह ही सेवा लाई जान। पिछली विचार अधीन आप जी ने वाचिया कि गुरु साहब जी की बाणी धन धन साहिब श्री गुरु ग्रंथ साहिब महाराज विच चाहे राग होवे
ਬਾਣੀ ਦੀ ਆਰੰਭਤਾ ਹੋਵੇ, ਸ਼ਬਦ ਦੀ ਆਰੰਭਤਾ ਹੋਵੇ। ਉੱਥੇ ਗੁਰੂ ਸਾਹਿਬ ਜੀ ਮੰਗਲਾਚਰਨ ਕਰਦੇ ਨੇ, ਭਾਵੇਂ ਸੰਪੂਰਨ ਮੂਲ ਮੰਤਰ ਦੇ ਰੂਪ ਦੇ ਵਿੱਚ ਤੇ ਭਾਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਰੂਪ ਦੇ ਵਿੱਚ। ਇਸ ਦਾ ਕਾਰਨ ਕੇਵਲ ਤੇ ਕੇਵਲ ਇੱਕ ਇਹੀ ਹੈ ਕਿ ਭਾਵੇਂ ਕੋਈ ਵੀ ਰਾਗ ਹੋਵੇ, ਬਾਣੀ ਹੋਵੇ, ਸ਼ਬਦ ਹੋਵੇ, ਛੰਦ ਹੋਵੇ, ਲੈਅ ਹੋਵੇ, ਮਨੋਰਥ ਇੱਕ ਹੀ ਹੈ ਕਿ ਮਨੁੱਖ ਨੇ ਇੱਕ ਦੇ ਨਾਲ ਜੁੜਨਾ ਹੈ। ਇਸ ਕਰਕੇ ਸਿਰਲੇਖ ਬਾਰ-ਬਾਰ ਗੁਰੂ ਸਾਹਿਬ ਜੀ ਸਾਨੂੰ ਚੇਤੇ ਕਰਾਉਂਦੇ ਹਨ। ਤੇ ਉਸ ਇੱਕ ਦੇ ਨਾਲ ਜਿਸ ਨੇ ਇਸ ਸਾਰੇ ਕਾਇਨਾਤ ਨੂੰ ਉਜਾਗਰ ਕੀਤਾ, ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਕੀਤਾ ਪਸਾਓ, ਏਕੋ ਕਵਾਓ। ਇਹ ਸਾਰਾ ਪਸਾਰਾ ਜਿਸ ਨੇ ਬਣਾਇਆ, ਉਸ ਦੇ ਵਿੱਚ ਇੱਕਮਿਕ ਹੋਣ ਦਾ ਇੱਕੋ ਹੀ ਸਾਧਨ ਹੈ। ਉਹ ਸਾਧਨ ਕੀ ਹੈ? ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਸ਼ਰਨ ਜਾ ਕੇ ਤੇ ਸੱਚੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ। ਪ੍ਰਸਾਦ ਦੇ ਅਰਥ ਨੇ ਕਿਰਪਾ। ਸੋ ਸੱਚੇ ਗੁਰੂ ਦੇ ਲੜ ਲੱਗ ਕੇ ਉਹਦੀ ਕਿਰਪਾ ਦੇ ਪਾਤਰ ਬਣ ਕੇ ਉਹਨਾਂ ਦੇ ਦੱਸੇ ਮਾਰਗ ਤੇ ਜਦੋਂ ਅਸੀਂ ਚੱਲਦੇ ਹਾਂ, ਗੁਰੂ ਸਾਹਿਬ ਜੀ ਚਲਾਉਂਦੇ ਹਨ, ਫਿਰ ਉਸ ਇੱਕ ਦੇ ਨਾਲ ਮਿਲਾਪ ਦਾ ਸਾਧਨ ਬਣਦਾ। ਇੱਥੋਂ ਗੁਰੂ ਸਾਹਿਬ ਜੀ ਸ਼ਲੋਕ ਮਹੱਲਾ 9ਵਾਂ ਦੀ ਬਾਣੀ ਆਰੰਭ ਕਰਦੇ ਹਨ। ਅਗਾਂਹ ਗੁਰੂ ਸਾਹਿਬ ਜੀ ਦੇ ਮਹੱਲੇ ਦੀ ਮੋਹਰ ਹੈ ਸ਼ਲੋਕ ਮਹੱਲਾ 9ਵਾਂ। ਇੱਕ ਪੰਛੀ ਝਾਤ ਮਾਰਦਿਆਂ ਹੋਇਆਂ ਅਗਾਂਹ ਆਪਾਂ ਵੱਧਦੇ ਹਾਂ। ਪਹਿਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ। ਹੇ ਮਨੁੱਖ, ਤੂੰ ਗੋਬਿੰਦ ਦੇ ਗੁਣ ਕਿਉਂ ਨਹੀਂ ਗਾਏ? ਜੇ ਨਹੀਂ ਗਾਏ ਤੇ ਇਹ ਜਨਮ ਜਿਹੜਾ ਤੇਰਾ ਉਹ ਵਿਅਰਥ ਜਾਏਗਾ। ਦੂਸਰੇ ਸ਼ਲੋਕ ਵਿੱਚ ਕਿਰਪਾ ਕਰਕੇ ਦੱਸਦੇ ਨੇ ਗਾਏ ਕਿਉਂ ਨਹੀਂ। ਗਾਏ ਇਸ ਕਰਕੇ ਨਹੀਂ, ਵਿਖਿਆਨ ਸਿਓ ਕਾਹੇ ਰਚਿਓ, ਕਿ ਤੂੰ ਵਿਕਾਰਾਂ ਦੇ ਵਿੱਚ ਪਿਆ ਰਿਹਾ। ਵਿਖਿਆਨ ਵਿਕਾਰ ਦੇ ਵਿੱਚ, ਵਿਕਾਰਾਂ ਦੇ ਵਿੱਚ ਪਿਆ ਰਿਹਾ ਤੇ ਤੂੰ ਨਿਮਖ ਨਾ ਹੋਏ ਉਦਾਸ। ਨਿਮਖ ਭਰ ਵੀ ਤੂੰ ਪਰਮਾਤਮਾ ਵੱਲ ਧਿਆਨ ਨਹੀਂ ਕੀਤਾ। ਨਿਮਖ ਭਾਵ ਅੱਖ ਦੇ ਫੋਰ ਵਾਂਗੂ, ਅੱਖ ਦੇ ਚਮਕਣ ਤੱਕ ਵੀ ਤੂੰ ਪਰਮਾਤਮਾ ਵਾਲੇ ਪਾਸੇ ਆਪਣੇ ਮਨ ਨੂੰ ਨਹੀਂ ਟਿਕਾਇਆ। ਤੀਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਤਰਨਾ ਪੋ ਇਉ ਹੀ ਗਿਓ। ਇਸੇ ਤਰੀਕੇ ਨਾਲ ਤੂੰ ਗੁਣ ਨਹੀਂ ਗਾਏ ਕਿਉਂਕਿ ਤੂੰ ਵਿਕਾਰਾਂ ਵਿੱਚ ਰਿਹਾ। ਤੇ ਜਦੋਂ ਤੇਰੀ ਜਵਾਨੀ ਦੀ ਅਵਸਥਾ ਆਈ, ਤਰਨਾ ਪੋ, ਜਵਾਨ ਅਵਸਥਾ ਨੂੰ ਆਖਿਆ ਜਾਂਦਾ, ਜਿਹਦੇ ਵਿੱਚ ਬਹੁਤ ਸ਼ਕਤੀ ਤੇ ਬਲ ਸੀ, ਜਿਹਦੇ 'ਚ ਤੂੰ ਬਾਕੀ ਕੰਮ ਬੜੇ ਭੱਜ ਨੱਸ ਕਰਕੇ ਕੀਤੇ, ਬੜੀ ਸ਼ਕਤੀ ਨਾਲ ਕੀਤੇ। ਸਿਮਰਨ ਭਗਤੀ ਵੀ ਤੂੰ ਇਸ ਉਮਰ ਦੇ ਵਿੱਚ ਕਰ ਸਕਦਾ ਸੀ, ਪਰ ਉਹ ਜਵਾਨੀ ਦੀ ਅਵਸਥਾ ਜਿਹੜੀ ਸ਼ਕਤੀ ਦੀ ਅਵਸਥਾ ਸੀ ਉਹ ਵੀ ਇਉਂ ਹੀ ਗਿਓ। ਇਸੇ ਤਰੀਕੇ ਨਾਲ ਤੂੰ ਨੰਗਾ ਲਈ ਤੇ ਲਿਓ ਜਰਾ ਤਨ ਜੀਤ, ਤੇ ਵਡੇਪਾ ਹੁਣ ਤੇਰੇ ਤੇ ਆ ਗਿਆ, ਹਾਵੀ ਹੋ ਗਿਆ, ਜਿੱਤ ਗਿਆ। ਅਗਲੇ ਸ਼ਬਦ ਅਗਲੇ ਸ਼ਲੋਕ 'ਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਬਿਰਧ ਪਇਓ। ਵੇਖੋ ਜਵਾਨੀ ਲੰਘ ਗਈ, ਕਿੱਦਾਂ ਤਰਤੀਬਵਾਰ ਲੜੀਵਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਤੂੰ ਗੁਣ ਨਹੀਂ ਗਾਏ ਗੋਬਿੰਦ ਦੇ। ਕਿਉਂ ਨਹੀਂ ਗਾਏ? ਕਿਉਂਕਿ ਤੂੰ ਵਿਕਾਰਾਂ ਵਿੱਚ ਰਿਹਾ। ਵਿਕਾਰਾਂ ਵਿੱਚ ਰਹਿਣ ਕਰਕੇ ਤੂੰ ਆਪਣਾ ਜਿਹੜਾ ਸ੍ਰੇਸ਼ਟ ਸਮਾਂ ਸੀ ਜਵਾਨੀ ਦਾ ਉਹ ਵੀ ਗਵਾ ਲਿਆ। ਹੁਣ ਕੀ ਹੋਇਆ? ਬਿਰਧ ਭਇਓ ਸੂਝੈ ਨਹੀਂ। ਹੁਣ ਤੂੰ ਬੁੱਢਾ ਹੋ ਗਿਆ, ਹੁਣ ਕੋਈ ਸੁੱਝਦਾ ਨਹੀਂ ਕਿਉਂਕਿ ਸਾਰਾ ਸਮਾਂ ਤੇ ਲੰਘ ਗਿਆ। ਹੁਣ ਤੇ ਮੰਜੀ ਤੇ ਬਹਿ ਕੇ ਤੂੰ ਆਵਾਜ਼ਾਂ ਮਾਰਦਾ ਧੀਆਂ ਪੁੱਤਰਾਂ ਨੂੰ, ਪੋਤੇ ਪੋਤੀਆਂ ਨੂੰ, ਉਹ ਵੀ ਜਵਾਬ ਨਹੀਂ ਦਿੰਦੇ। ਉਹ ਵੀ ਕਹਿੰਦੇ ਬਾਪੂ ਠਹਿਰ ਜਾ, ਮੈਂ 1 ਮਿੰਟ ਆਇਆ ਬਾਹਰੋਂ ਖੇਡ ਕੇ, ਮੈਂ ਜ਼ਰੂਰੀ ਕੰਮ ਕਰਨਾ, ਫਿਰ ਤੈਨੂੰ ਪਾਣੀ ਦਾ ਗਲਾਸ ਫੜਾਉਣਾ। ਤੇ ਹੁਣ ਕਿਸੇ ਚੀਜ਼ ਦੀ ਸੋਝ ਹੀ ਨਹੀਂ ਆਉਂਦੀ, ਸਾਰਾ ਸਮਾਂ ਲੰਘ ਗਿਆ। ਉਸ ਉਪਰੰਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਇਹ ਮੰਜੀ ਤੇ ਪਿਆ ਸੋਚਦਾ। ਕੀ ਸੋਚਦਾ? ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਕਿ ਇਹ ਘਰ ਵਾਸਤੇ ਮੈਂ ਕੀ ਕੁਛ ਨਹੀਂ ਕੀਤਾ। ਰਾਤ ਬਰਾਤੇ 12-1 ਵਜੇ 2 ਵਜੇ ਵੀ ਸਫ਼ਰ ਕੀਤਾ, ਕੰਮ ਕੀਤਾ,
ਧੀਆਂ ਪੁੱਤਰਾਂ ਵਾਸਤੇ, ਪਰ ਹੁਣ ਅੱਜ ਮੈਂ ਇੱਥੇ ਬਿਰਧ ਅਵਸਥਾ ਵਿੱਚ ਨਿਢਾਲ ਹੋ ਕੇ ਪਿਆ ਤੇ ਗਾਂ ਜਦੋਂ ਮੈਂ ਦੇਖਦਾ ਅੱਗੇ ਮੈਨੂੰ ਕੁਝ ਦਿਖਦਾ ਨਹੀਂ। ਤੇ ਇਹ ਧਨਦਾਰਾ ਸੰਪਤ ਸਗਲ ਮੈਂ ਆਪਣੀ ਕਰਕੇ ਮੰਨੀ ਸੀ, ਪਰ ਅਸਲ ਵਿੱਚ ਸੱਚਾਈ ਇਹ ਹੈ ਕਿ ਇਨਮੇ ਕੁਛ ਸੰਗੀ ਨਹੀਂ, ਇਹ ਮੇਰੇ ਨਾਲ ਨਹੀਂ ਜਾਣੇ। ਮੈਂ ਹੁਣ ਸਾਰੀ ਉਮਰ ਤਾਂ ਇਸ ਪਾਸੇ ਗਵਾਤੀ, ਮੈਂ ਪ੍ਰਭੂ ਦੇ ਗੁਣ ਨਹੀਂ ਗਾਏ, ਵਿਕਾਰਾਂ ਦੇ ਵਿੱਚ ਰਿਹਾ। ਜਵਾਨੀ ਦੇ ਵਿੱਚ ਵੀ ਮੇਰੇ ਕੋਲ ਸ਼ਕਤੀ ਸੀ, ਮੈਂ ਦੂਜੇ ਪਾਸੇ ਭੱਜ ਨੱਸ ਕਰਦਾ ਰਿਹਾ। ਬੁੱਢਾ ਹੋ ਗਿਆ, ਇਸ ਧਨਦਾਰਾ ਸੰਪਤ ਵਾਸਤੇ ਮੈਂ ਭੱਜ ਨੱਸ ਕੀਤੀ, ਪਰ ਹੁਣ ਗੁਰੂ ਮਹਾਰਾਜ ਜੀ ਦੇ ਜਦੋਂ ਵਚਨ ਸੁਣਦਾ ਹੁਣ ਮੈਨੂੰ ਸਮਝ ਲੱਗਦੀ ਕਿ ਇਹਨਾਂ ਨੇ ਤੇ ਮੇਰੇ ਨਾਲ ਨਹੀਂ ਜਾਣਾ, ਸੰਗ ਨਹੀਂ ਹੋਣਾ। ਸੋ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਪਿਛਲੇ ਰੋਜ਼ਾਂ ਦੇ ਵਿੱਚ ਬਖਸ਼ਿਸ਼ ਕੀਤੀ। ਇਸ ਤੋਂ ਅਗਾਂਹ ਦੀ ਵਿਚਾਰ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਜੀ। ਧਨਦਾਰਾ ਸੰਪਤ ਸਗਲ ਪਤਿਤ ਉਦਾਹਰਨ ਭੈ ਹਰਨ ਹਰਿ ਅਨਾਥ ਕੇ ਨਾਥ। ਹੁਣ ਗੁਰੂ ਸਾਹਿਬ ਜੀ ਪੰਜਵੇਂ ਸ਼ਲੋਕ 'ਚ ਕਿਰਪਾ ਕਰਦੇ ਨੇ ਕਿ ਧਨਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ ਮੰਨ ਕੇ ਮੈਂ ਸਾਰਾ ਸਮਾਂ ਇਸ ਪਾਸੇ ਭੱਜ ਨੱਸ ਵਿੱਚ ਮੈਂ ਵਿਅਰਥ ਗਵਾਤਾ, ਪਰ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਕੇ ਬਚਨ ਸੁਣੇ ਤੇ ਪਤਾ ਲੱਗਾ ਕਿ ਇਹ ਮੇਰੇ ਨਾਲ ਨਹੀਂ ਜਾਣੇ, ਇਹ ਮੇਰੇ ਸੰਗੀ ਨਹੀਂ। ਹੁਣ ਅਗਲਾ ਸ਼ਲੋਕ ਵੇਖੋ, ਤਰਤੀਬਵਾਰ ਗੁਰੂ ਸਾਹਿਬ ਨੇ ਕਿੰਨੀ ਬਖਸ਼ਿਸ਼ ਕੀਤੀ। ਜਿੱਦਾਂ ਇੱਕ ਛੋਟੇ ਬੱਚੇ ਨੂੰ ਛੋਟੀਆਂ ਕਲਾਸਾਂ ਤੋਂ, ਨਰਸਰੀ ਤੋਂ LKG UKG ਫਸਟ ਸੈਕੰਡ ਤਰਤੀਬਵਾਰ ਸਿਲੇਬਸ ਬਣਾਇਆ ਹੁੰਦਾ, ਉਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਸ਼ਲੋਕਾਂ ਦੀ ਤਰਤੀਬ ਕਿੰਨੇ ਬਾ ਕਮਾਲ ਘੜੀ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਪੰਜਵੇਂ ਸ਼ਲੋਕ ਦੇ ਵਿੱਚ ਆਣ ਕੇ ਕਿ ਤੂੰ ਭਗਤੀ ਨਾ ਕਰਨ ਕਰਕੇ ਜਿਹੜਾ ਸਾਰਾ ਪਸਾਰਾ ਪਸਾਰਿਆ ਸੀ, ਜਦੋਂ ਪਤਾ ਲੱਗਾ ਇਹਨੇ ਨਹੀਂ ਜਾਣਾ ਨਾਲ ਤੇ ਬੰਦਾ ਨਿਰਾਸ਼ ਹੋ ਜਾਂਦਾ। ਪਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਅਗਲੇ 6ਵੇਂ ਸ਼ਲੋਕ ਦੇ ਵਿੱਚ ਕਿ ਹੁਣ ਵੀ ਤੂੰ ਨਿਰਾਸ਼ ਨਾ ਹੋ, ਭਾਵੇਂ ਤੇਰਾ ਸਮਾਂ ਜਿਹੜਾ ਲੰਘ ਗਿਆ, ਬਾਲ ਅਵਸਥਾ ਤੇਰੀ ਲੰਘ ਗਈ, ਜਵਾਨੀ ਦੀ ਅਵਸਥਾ ਲੰਘ ਗਈ, ਹੁਣ ਤੂੰ ਬੁਢੇਪੇ 'ਚ ਆ ਗਿਆ। ਠੀਕ ਹੈ, ਇਹ ਸੰਗੀ ਨਹੀਂ ਹੈ ਤੇਰੇ ਨਾਲ, ਪਰਿਵਾਰ ਤੇਰੇ ਨਾਲ ਨਹੀਂ ਜਾਣਾ, ਕਾਰੋਬਾਰ ਤੇਰੇ ਨਾਲ ਨਹੀਂ ਜਾਣਾ, ਪਰ ਫਿਰ ਵੀ ਵੇਖੋ ਦਿਆਲੂ ਤੇ ਕਿਰਪਾਲੂ ਗੁਰੂ ਕਿੰਨੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਤੂੰ ਢੇਰੀ ਨਾ ਢਾ ਮਨ ਦੀ, ਕਿਉਂ ਪਤਤ ਉਦਾਹਰਨ ਭੈ ਹਰਨ। ਇਹ ਜਿਹੜਾ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹੈ ਨਾ, ਪਤਤ ਦਾ ਅਰਥ ਹੁੰਦਾ ਪਾਪੀ। ਕਿ ਭਾਵੇਂ ਤੇਰੇ ਕੋ ਸਾਰੀ ਉਮਰ 'ਚ ਭਗਤੀ ਨਹੀਂ ਹੋਈ, ਤੂੰ ਵਿਕਾਰਾਂ ਦੇ ਵਿੱਚ ਰਿਹਾ, ਤੂੰ ਪਾਪ ਵੀ ਬੜੇ ਕੀਤੇ ਆ, ਪਰ ਹੁਣ ਵੀ ਤੂੰ ਢੈਂਦੀ ਕਲਾ 'ਚ ਨਾ ਜਾ। ਜਿਹੜਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹੈ ਨਾ, ਉਹ ਪਤਤ ਉਦਾਹਰਨ ਹੈ। ਉਦਾਹਰਨ ਦਾ ਅਰਥ ਹੁੰਦਾ ਸਾਰੇ ਪਾਪਾਂ ਦੇ ਵਿੱਚੋਂ ਕੱਢ ਲੈਣ ਵਾਲਾ, ਸਾਰੇ ਪਾਪੀਆਂ ਨੂੰ ਬਖਸ਼ ਲੈਣ ਵਾਲਾ, ਸਾਰੇ ਪਾਪੀਆਂ ਨੂੰ ਮਾਫ ਕਰ ਦੇਣ ਵਾਲਾ, ਪਾਪਾਂ ਵਿੱਚੋਂ ਕੱਢਣ ਵਾਲਾ ਜਿਹੜਾ ਉਹ ਪਰਮਾਤਮਾ ਹੈ। ਪਤਤ ਉਦਾਹਰਨ ਭੈ ਹਰਨ। ਭੈ ਦਾ ਅਰਥ ਹੁੰਦਾ ਵਾ ਡਰ। ਤੂੰ ਜੇ ਡਰ ਰਿਹਾ ਨਾ ਕਿ ਸਾਰੀ ਉਮਰ ਮੇਰੇ ਕੋਲ ਕੁਝ ਹੋਇਆ ਨਹੀਂ ਤੇ ਜੋ ਮੈਂ ਕੁਝ ਇਕੱਠਾ ਕੀਤਾ ਉਹ ਨਾਲ ਨਹੀਂ ਜਾਣਾ, ਤੂੰ ਹਜੇ ਵੀ ਟਾਈਮ ਹੈ, ਹੁਣ ਵੀ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਸੱਚੇ ਗੁਰੂ ਦੀ ਸ਼ਰਨ ਵਿੱਚ ਆ ਜਾ, ਸੱਚੇ ਗੁਰੂ ਨੂੰ ਧਾਰਨ ਕਰ ਲਾ ਤੇ ਉਹ ਤੇਰੇ ਸਾਰੇ ਪਾਪਾਂ ਨੂੰ ਮੁਆਫ ਕਰ ਦੇਗਾ। ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਜਿੱਦਾਂ ਅਨਾਥ ਬੱਚਾ ਹੁੰਦਾ ਨਾ, ਉਹਦਾ ਮਾਂ ਪਿਓ ਨਹੀਂ ਹੁੰਦਾ, ਉਹ ਦਰ ਦੀਆਂ ਠੋਕਰਾਂ ਖਾਂਦਾ। ਕਹਿੰਦੇ ਜਿਹਦਾ ਕੋਈ ਨਹੀਂ ਹੈਗਾ ਨਾ, ਆਪ ਜੀ ਗੁਰੂ ਕੇ ਇਤਿਹਾਸ ਦੇ ਵਿੱਚੋਂ ਬਹੁਤ ਚੰਗੀ ਤਰ੍ਹਾਂ ਇਤਿਹਾਸ ਜਾਣਦੇ ਹੋ। ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਛੋਟੀ ਉਮਰੇ ਮਾਤਾ ਪਿਤਾ ਜਿਹੜੇ ਨੇ ਅਕਾਲ ਚਲਾਣਾ ਕਰ ਗਏ ਨੇ। ਮੈਨੂੰ ਮੁਆਫ ਕਰਨਾ, ਦੁਨਿਆਵੀ ਸ਼ਬਦ ਵਿੱਚ ਅਸੀਂ ਕਹਿੰਦੇ ਜੀ ਅਨਾਥ ਹੋ ਗਿਆ, ਬੱਚਾ ਅਨਾਥ ਹੋ ਗਿਆ। ਅਨਾਥ ਇੱਥੇ ਅਨਾਥ ਦੇ ਅਰਥ ਨੇ ਜਦੋਂ ਤੇਰਾ ਕਿਸੇ ਪਾਸੇ ਕੋਈ ਆਸਰਾ ਨਹੀਂ ਰਿਹਾ, ਤੇਰੀ ਕਿਸੇ ਨੇ ਬਾਂਹ ਨਹੀਂ ਫੜੀ ਤੇ ਤੂੰ ਸਾਰੀ ਉਮਰ ਲੰਘਾ ਲਈ, ਤੂੰ ਤਾਂ ਵੀ ਨਾ ਘਬਰਾ। ਉਹਨਾਂ ਪਾਪਾਂ ਚੋਂ ਤੈਨੂੰ ਕੱਢਣ ਵਾਲਾ ਪਤਤ ਉਦਾਹਰਨ ਭੈ ਹਰਨ, ਤੇਰੇ ਡਰ ਦੂਰ ਕਰਨ ਵਾਲਾ
परमात्मा परमेश्वर वाहिगुरु हरि जेड़ा है अनाथ के नाथ, अनाथां दा नाथ है, अनाथां दी बांह वड़न वाला है, अनाथां नूं अपने गल नाल लाउण वाला है। ते ओ परमात्मा तेरे सारे गुनाह माफ करके तेरी रखवाली करेगा ते तेरे उत्ते अपनी छत्र छाया करेगा जी। नानक ते जानिए सदा बस्त तुम साध। ते तुसी एक गल वेख के हैरान हो जाओगे गुरु के प्यार वालिओ, जिन्हां ने इस चीज़ का अनुभव किया ना उन्हां नूं पता, जिदों एक वारा उस सच्चे गुरु नूं बांह फड़ा दिती, जिदण बांह फड़ ली, धन धन साहिब श्री गुरु अमरदास महाराज जी बापू अमरू दे रूप दे विच ने ते डिगे ने, जिदों थल्ले डिगे ने सतगुरां ने बांह फड़ के ते उस उच्चे थां ते बिठाता कि सारी लुकाई दे सिर जिहड़े उन्हां दे सामने झुकंडे पे। जिदण गुरु साहिब जी नूं बांह फड़ाती, जिदण गुरु साहिब जी ने बांह फड़ के इस पापां दे समुंदर दे विचों कढ दिता, ते तुसीं एक गल देख के अनुभव करके हैरान हो जाओगे, किहड़ी? कहो नानक तह जानिए सदा बसत तुम साथ। कि तुसीं ये गल देख के हैरान हो जाओगे कि सवास सवास दम दम वो साडे नाल वसेगा। नाल किदां वसेगा? इत्थे गुरु साहिब जी उदाहरण दे रहे हैं कि सारी उम्र जिहड़ा कार विहार कीता, जिहड़े परिवार करके कीता, वो ते नहीं नाल रहा, पर यह अनाथां दा नाथ जिहड़ा परमात्मा परमेश्वर वाहिगुरु जी है, वो गुर मेरे संग सदा है नाले। वो गुरु महाराज जी हमेशा तेरे साथ रहेगा, ते इन्ना साथ रहेगा, इन्ना कोल रहेगा। आप जी ख्याल करियो, मनुख दे जीवन दे विच सब तो ज़्यादा लागे किहड़ी चीज़ है? मनुख सब तो ज़्यादा किहड़ी चीज़ नूं लागे महसूस करदा? सरीरक रूप ते। आप जी ख्याल करियो, जदों भी मनुख नूं सिर पीड़ हुंदी ना, उस वेले जिहड़ा हत्थ ना सिर ते चल जांदा कि मेरे इत्थे सिर दर्द हो रही। शरीर दे किसी भी अंग दे उत्ते जदों दर्द हुंदी ना, हत्थ उत्थे पहुंच जांदा। शरीर दे उत्ते कोई भी चीज़ आण के नुकसान पहुंचाउण वाली हुंदी, वजन वाली हुंदी, छेती ना हत्थ अगे आ जांदा। आप भी कभी भी ख्याल करियो, इत्थों तक कि रब ना करे कभी कोई अभी नवी हो जाए, कोई चीज़ सानू मारन लगदा, भावें कोई तिखी भी चीज़ होवे, हत्थ च कुछ भी ना होवे, ते मनुख सब तो पहले गाड़ी हाथ ही करदा। इहदा कारण की है? ਇਹਦਾ कारण यह है कि मनुख जिहड़ा ना सब तो नेड़े जिहड़ी चीज़ अपने शरीर दे जानदा, वो हत्थ नूं जानदा। इसे करके जदों किसी नूं मिलदा बड़े प्यार सत्कार नाल ते वो हत्थ जोड़ के मिलदा। इसे करके वो जदों अपने तो वड्डे नूं मिलदा बड़े सत्कार नाल, जे उहनूं उहदे गोडियां नूं अपने बजुर्गां नूं इज्जत मान देण करके स्पर्श करदा, हत्थां नाल करदा। इसे करके कहंदा कि तेरे तलियां थल्ले मैं हत्थ विछा दांगा। इसे करके वो थल्ले मत्था टेकन लग्या गुरु के घर विच आण के हत्थां नूं अपने मस्तक नाल लाउंदा। कहण दा भाव ये सारी विचार दा ये है कि मनुख जिहड़ा सब तो लागे जिहड़ी चीज़ नूं समझदा कि जिहड़े मेरी राखी कर सकदा, जिहड़ा सब तो श्रेष्ठ है, वो हत्थ ने। गुरु साहिब जी कहंदे ने कि जिस तरह तू सोचदा ना कि वो तेरे लागे ने, पर आप जी ख्याल करियो, बहुत सत्कारयोग धन धन साहिब श्री गुरु ग्रंथ साहिब महाराज विच वरसोए भगत रविदास जी बड़ी कमाल की पंक्ति लिखते ने। बाणी तो है ही सारी बड़ी कमाल की, पर गल यह कि जिहड़ी साडी सुरत विच समझ विच पै जाए। कहंदे मनुख तू सोचदा कि तेरे हत्थ तेरे नालों सब तो लागे ने, पर सच जानी वो परमात्मा परमेश्वर तेरे हत्थां पैरां नालों भी तेरे लागे है। कह रविदास हाथ पै के नेरे, हत्थां पैरां तो भी नेरे है, सहजे होए सो होई। इस करके जदों तू उस परमात्मा परमेश्वर सच्चे गुरु दे लड़ लग जाना, पतत उदाहरण पै हरण, तेरे सारे पाप वो मुआफ करके ते तेनू डर तो रहत करके हर अनाथ के नाथ। जिदा
ਅਨਾਥਾਂ ਦਾ ਕੋਈ ਰਖਵਾਲਾ ਨਹੀਂ ਨਾ ਹੁੰਦਾ, ਉਸ ਤਰੀਕੇ ਨਾਲ ਜਦੋਂ ਉਹ ਕਿਸੇ ਦੀ ਬਾਂਹ ਫੜ ਲੇ ਫਿਰ ਉਹਦਾ ਰਖਵਾਲਾ ਉਹ ਬਣ ਜਾਂਦਾ। ਤੇ ਉਹ ਇਸ ਤਰੀਕੇ ਨਾਲ ਰਖਵਾਲਾ ਬਣਦਾ, ਕਾਹੋ ਨਾਨਕ ਤਹਿ ਜਾਣੀਐ ਸਦਾ ਬਸਤ ਤੁਮ ਸਾਲ। ਫਿਰ ਉਹ ਕੱਲਾ ਨਹੀਂ ਛੱਡਦਾ, ਫਿਰ ਉਹ ਆਪਣੇ ਸਿੱਖ ਦੇ ਨਾਲ ਹਰ ਥਾਂ ਤੇ ਖੜਾ ਹੁੰਦਾ, ਭਾਵੇਂ ਉਹ ਮੈਦਾਨ ਦਾ ਜੰਗ ਹੋਵੇ ਤੇ ਭਾਵੇਂ ਹੁਸ਼ਿਆਰਪੁਰ ਦੀ ਧਰਤੀ ਹੋਏ ਭਾਈ ਜੋਗੇ ਵਾਲੀ, ਫਿਰ ਨਹੀਂ ਉਹ ਛੱਡਦਾ। ਇੱਕ ਵਾਰ ਜਦੋਂ ਉਸ ਸੱਚੇ ਗੁਰੂ ਨੂੰ ਬਾਂਹ ਵੜਾ ਦਈਏ। ਸੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਇਸ ਸ਼ਲੋਕ ਦੇ ਵਿੱਚ ਕਿ ਜੇ ਤੂੰ ਹਜੇ ਤੱਕ ਭਗਤੀ ਨਹੀਂ ਕੀਤੀ, ਗੁਣ ਨਹੀਂ ਗਾਏ, ਵਿਕਾਰਾਂ ਵਿੱਚ ਰਿਹਾ, ਆਪਣੀ ਜਵਾਨੀ ਦੀ ਅਵਸਥਾ ਵੀ ਤੂੰ ਲੰਘਾ ਲਈ, ਬੁਢੇਪੇ ਦੇ ਵਿੱਚ ਵੀ ਤੂੰ ਕੁਛ ਹੁਣ ਤੈਨੂੰ ਸੁੱਝਦਾ ਨਹੀਂ, ਤੇ ਜਿਹੜੀ ਸੰਪत्ति ਤੂੰ ਦੇਖ ਰਿਹਾ, ਘਰ ਪਰਿਵਾਰ ਦੇਖ ਰਿਹਾ, ਇਹ ਵੀ ਸਾਥ ਨਹੀਂ ਦੇ ਰਹੇ, ਹਜੇ ਵੀ ਕੋਈ ਤੇਰਾ ਵਿਗੜਿਆ ਨਹੀਂ, ਹਜੇ ਵੀ ਟਾਈਮ ਹੈਗਾ। ਸੱਚੇ ਗੁਰੂ ਦੇ ਚਰਨ ਵਿੱਚ ਲੱਗ ਜਾ, ਤੇਰੇ ਪਾਪਾਂ ਦੀ ਮੁਆਫੀ ਹੋ ਜੇ ਤੇ ਤੈਨੂੰ ਡਰ ਤੋਂ ਰਹਿਤ ਉਹ ਅਨਾਥ ਜਿਹੜਾ ਵਾ ਤੇਰੀ ਬਾਂਹ ਫੜ ਲਵੇ ਤੇ ਹਮੇਸ਼ਾ ਤੇਰੇ ਸੰਗ ਤੇਰੇ ਨਾਲ ਰਹਿ ਕੇ ਤੇਰੀ ਪਰਵਰਿਸ਼ ਕਰੇਗਾ ਜੀ। ਤਨ ਤਨ ਜੇ ਤਾ ਕੋ ਦਿਓ ਤਾਂ ਸਿਓ ਨਿਓ ਨਾ ਕੀਨਾ। ਹੁਣ ਬੜੇ ਪਿਆਰ ਨਾਲ ਨਾ ਗੁਰੂ ਸਾਹਿਬ ਜੀ ਸਮਝਾਉਂਦੇ ਆ। ਤੁਸੀਂ ਖਿਆਲ ਕਰਿਓ, ਜਦੋਂ ਕੋਈ ਧੀ ਪੁੱਤ ਆਖੇ ਨਹੀਂ ਨਾ ਲੱਗਦਾ ਤੇ ਤੁਸੀਂ ਉਸੇ ਵੇਲੇ ਉਹਨੂੰ ਗੁੱਸੇ ਨਾਲ ਝਿੜਕੋਗੇ ਨਾ ਤਾਂ ਉਹ ਕਦੀ ਨਹੀਂ ਗੱਲ ਮੰਨੇਗਾ, ਕਿਉਂਕਿ ਉਹਦੇ ਅੰਦਰ ਵੀ ਕ੍ਰੋਧ ਆ, ਉਹ ਵੀ ਗਾੜੀਆਂ ਬੋਲੀ ਜਾਏਗਾ, ਅਸੀਂ ਵੀ ਬੋਲੀ ਜਾਵਾਂਗੇ। ਹਾਂ, ਜਦੋਂ ਕੋਈ ਧੀ ਪੁੱਤ ਗੁੱਸੇ ਦੇ ਵਿੱਚ ਹੈ, ਕ੍ਰੋਧ ਦੇ ਵਿੱਚ ਹੈ, ਉਹਨੂੰ ਬੜੇ ਪਿਆਰ ਦੇ ਨਾਲ ਆਪਣੇ ਜਦੋਂ ਆਪਾਂ ਲਾਗੇ ਭਾਲ ਲੈਂਦੇ, ਇਹਨਾਂ ਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ, ਬਹਿ ਜਾ, ਕਰ ਲੈਂਦੇ ਆਪਾਂ ਗੱਲ, ਵਿਚਾਰ ਕਰ ਲੈਂਦੇ ਆ। ਉਹ ਜਦੋਂ 2 ਘੜੀਆਂ ਲਾਗੇ ਬਹੇਗਾ, 2-4 ਮਿੰਟ ਲਾਗੇ ਬਹੇਗਾ, ਉਸ ਤੋਂ ਬਾਅਦ ਜਦੋਂ ਤੁਸੀਂ ਸਮਝਾਵੋਗੇ ਨਾ ਤੇ ਗੱਲ ਉਹਦੇ ਖਾਨੇ 'ਚ ਪੈ ਜਾਏਗੀ। ਗੁਰੂ ਸਾਹਿਬ ਜੀ ਵੀ ਇੱਥੇ ਹੀ ਬਖਸ਼ਿਸ਼ ਕਰਦੇ ਨੇ। ਪਹਿਲੇ ਸ਼ਲੋਕ ਦੇ ਵਿੱਚ ਦੱਸਦਾ ਕਿ ਚੱਲ ਜੇ ਤੇਰੇ ਕੋ ਉਨਤਾਈਆਂ ਹੋ ਗਈਆਂ, ਤੇਰੇ ਕੋ ਅਬੀਆਂ ਨਬੀਆਂ ਹੋ ਗਈਆਂ, ਤੇਰਾ ਜਨਮ ਲੰਘ ਗਿਆ, ਕੋਈ ਗੱਲ ਨਹੀਂ, ਧਰਵਾਸ ਦਿੰਦੇ ਨੇ, ਕੋਈ ਗੱਲ ਨਹੀਂ, ਪਰਮਾਤਮਾ ਸ੍ਰੇਸ਼ਟ ਤੇਰੇ ਪਾਪ ਮੁਆਫ ਕਰ ਦੇਗਾ, ਆ ਤੂੰ ਇਸ ਪਾਸੇ ਲੱਗ। ਤੇ ਹੁਣ ਬੜੇ ਪਿਆਰ ਨਾਲ ਵੇਖੋ ਸਮਝਾਉਂਦੇ ਨੇ, ਕਹਿੰਦੇ ਵੇਖ ਕਮਲਿਆ, ਜਿਹੜੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਤਨ ਧਨ ਜੈ ਤੋ ਕੋ ਦਿਓ, ਜਿੰਨੇ ਤੈਨੂੰ ਇਹ ਸਰੀਰ ਦਿੱਤਾ ਸੀ, ਜਿੰਨੇ ਤੈਨੂੰ ਧਨ ਦੌਲਤ ਦਿੱਤੀ ਸੀ, ਜਿੰਨੇ ਇਹ ਸਾਰਾ ਪਸਾਰਾ ਤੈਨੂੰ ਦਿੱਤਾ ਸੀ, 9/9 ਸਰੀਰ, ਇਹ ਵੀ ਬਹੁਤ ਵੱਡੀ ਮਲਕੀਅਤ ਆ ਕਿ ਸਾਰੇ ਅੰਗ ਤੰਦਰੁਸਤ ਹੋਣੇ, ਤੇ ਸਾਰਾ ਧਨ ਵੀ ਤੈਨੂੰ ਦਿੱਤਾ। ਤੋ ਕੋ ਦਿਓ, ਤੈਨੂੰ ਦਿੱਤਾ, ਤਾਂ ਸਿਓ ਨੇਹੋ ਨਾ ਕੀਨ, ਤੇ ਤੂੰ ਕੀ ਕੀਤਾ? ਜਿੰਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਸੀ ਤੇ ਤੂੰ ਉਹਦੇ ਨਾਲ ਪ੍ਰੇਮ ਨਹੀਂ ਪਾਇਆ, ਤੂੰ ਉਹਨੂੰ ਯਾਦ ਨਹੀਂ ਕੀਤਾ। ਵੇਖੋ, ਇੱਕ ਨਿੱਕੀ ਜੀ ਚੀਜ਼ ਅਸੀਂ ਕਿਸੇ ਕੋ ਮੰਗਣ ਚੱਲ ਜੀ ਨਾ, ਆਂਢ ਗੁਆਂਢ, ਬਹੁਤੀ ਗੱਲ ਕੀ, ਇੱਕ ਮਾੜੀ ਤੋਂ ਮਾੜੀ ਚੀਜ਼, ਆਪ ਜੀ ਕਿਤੇ ਬੈਂਕ 'ਚ ਜਾਓਗੇ ਨਾ, ਬਹੁਤੇ ਬੰਦੇ ਜਿਹੜੇ ਉਹ ਪੈਨ ਖੜਨਾ ਚੇਤਾ ਭੁੱਲ ਜਾਂਦਾ, ਉੱਥੇ ਖਲੋਤੇ ਉਹ ਕਹਿੰਦੇ ਭਾਜੀ ਪੈਨ ਦਿਓਗੇ 1 ਮਿੰਟ, ਉਹ ਪੈਨ ਲੈ ਕੇ ਸਾਈਨ ਕਰੀਦਾ, ਤੁਹਾਨੂੰ ਕਹਿੰਦਾ ਭਾਜੀ ਤੁਹਾਡਾ ਬੜਾ ਧੰਨਵਾਦ, ਤੁਹਾਡਾ ਥੈਂਕ ਯੂ। ਉਹ ਕਹਿੰਦਾ ਕੋਈ ਗੱਲ ਨਹੀਂ ਜੀ। ਹੁਣ ਉਹ 5 ਰੁਪਈਆਂ ਦਾ ਪੈਨ, ਤੇ ਮੈਨੂੰ ਨਹੀਂ ਲੱਗਦਾ ਕਿ 5 ਪੈਸਿਆਂ ਦੀ ਅਸੀਂ ਉਹਦੀ ਸ਼ਾਹੀ ਘੋਲਦੇ ਆ, ਪਰ ਅਸੀਂ ਉਹਨੂੰ ਕੀ ਕਹਿੰਦੇ ਆ ਕਿ ਤੁਹਾਡਾ ਧੰਨਵਾਦ, ਥੈਂਕ ਯੂ। ਤੇ ਗੁਰੂ ਸਾਹਿਬ ਕਹਿੰਦੇ ਜਿੰਨੇ ਤੈਨੂੰ ਇਹ ਸਰੀਰ ਦਿੱਤਾ, 9/9 ਸਰੀਰ ਦਿੱਤਾ, ਇੰਨਾ ਪਿਆਰਾ ਪਰਿਵਾਰ ਦਿੱਤਾ, ਧਨ ਦੌਲਤ ਸੰਪत्ति ਦਿੱਤੀ, ਸਾਰੇ ਪਾਸੇ ਤੇਰਾ ਇੱਜ਼ਤ ਮਾਣ ਹੁੰਦਾ, ਸਭ ਕੁਝ ਦਿੱਤਾ, ਪਰ ਕਦੀ ਤੂੰ ਪਿਆਰਿਆ ਉਹਦਾ ਧੰਨਵਾਦ ਕੀਤਾ? ਕਦੀ ਕਿਹਾ ਕਿ ਗੁਰੂ ਮਹਾਰਾਜ ਜੀ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਸਭ ਕੁਝ ਦਿੱਤਾ, ਹੁਣ ਧੰਨਵਾਦ ਕਿੱਦਾਂ ਕਰਨਾ? ਗੁਰੂ ਮਹਾਰਾਜ ਦਾ ਧੰਨਵਾਦ ਕਿੱਦਾਂ ਕਰਨਾ? ਬਸ ਨਿਤਨੇਮ ਕਰਨਾ ਹੀ ਗੁਰੂ ਮਹਾਰਾਜ ਦਾ ਧੰਨਵਾਦ ਕਰਨਾ, ਗੁਰੂ ਮਹਾਰਾਜ ਦੇ ਰੋਜ਼ ਆਣ ਕੇ ਦਰਸ਼ਨ ਕਰਕੇ ਬਚਨ ਸੁਣਨੇ ਹੀ ਗੁਰੂ ਮਹਾਰਾਜ ਦਾ ਧੰਨਵਾਦ, ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਉੱਤੇ ਚੱਲਣਾ ਹੀ ਗੁਰੂ ਸਾਹਿਬ ਦਾ ਧੰਨਵਾਦ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਤੈਨੂੰ ਤੰਦਰੁਸਤ ਸਰੀਰ ਦਿੱਤਾ, ਅੰਨ ਦਿੱਤਾ, ਧਨ ਦਿੱਤਾ, ਜਹ ਤੋ ਕੋ ਦਿਓ ਤਾਂ ਸਿਓ ਨਿਹੋ ਨਾ ਕੀਨ, ਤੂੰ ਉਹਦੇ ਨਾਲ ਪਿਆਰ ਨਹੀਂ ਕੀਤਾ, ਤੂੰ ਉਹਦੇ ਨਾਲ ਸਨੇਹ ਨਹੀਂ ਕੀਤਾ, ਤੂੰ ਉਹਦਾ ਧੰਨਵਾਦ ਨਹੀਂ ਕੀਤਾ। ਵੇਖੋ, ਮਨੁੱਖ ਨਾ ਬੜਾ ਚਤੁਰ, ਬੜਾ ਸਿਆਣਾ ਵਾ ਮਨੁੱਖ। ਜਿਹੜਾ ਬੰਦਾ ਤੇ ਹੈ ਨਾ ਗਰੀਬ, ਇੱਥੇ ਗੁਰੂ ਸਾਹਿਬ ਜੀ ਧਨ ਦੀ ਗੱਲ ਕਰਦੇ ਨੇ, ਜਿਹੜਾ ਆਂਦਾ ਮੇਰੇ ਕੋਲ ਕਿਹੜਾ ਧਨ ਵਾ, ਆਪ ਜੀ ਖਿਆਲ ਕਰਿਓ,
वो कहना मैनू तो कामकार तो टाइम नहीं, मैं हुण दिहाड़ी करांगा, मैं पाठ करा, मैनू किहड़ा उन्हें धन दिता। मैनू माफ करना, मैनू एक गल याद आ गई। एक सज्जन पुरुष सन, बाबा कार सेवा जी की सेवा करते होंदे सन, तो वो गजा करते होंदे। वो कहंदे असीं एक घर चले गए, तो उत्थे एक गुरसिख सी, उन्हें बाणा पाया सी, असीं उत्थे गए। असीं कहा जी लंगरां दी सेवा वास्ते कुछ तिल फुल दो। वो कहंदा बाबा जी बहुत माड़े हालात है, मेरी तो पैली भी थोड़ी है। वो कहंदे चल जिन्ना हो सकदा उन्ना दिओ। वो कहंदे उन्होंने एक मुठ भर के दाणियां दी साडे बोरी च पाती। कहंदे जी 7 वचन। तो कहंदे गुरमुखो नितनेम करदे हुंदे जे, बाणी पढ़दे हुंदे जे। कहंदे जी महाराज किरपा कर, जिन्नी क पढ़ाउंदा उन्नी क पढ़ लैंदे। कहंदे नहीं नितनेम करया करो, बाणी पढ़िया करो, ते महाराज किरपा करनगे, वाधे पाउणगे रोजगार दे विच, गुरु साहब बख्शिशा करनगे। कहंदा असीं बाबा जी नितनेम काहदा करना, 4 कनाला पैली आटा ते सरदा ही कुछ नहीं, नितनेम ते ओह करना जिन्हां दे 20-20 किल्ले आ। वेखो ओहदा जवाब किहो जिहा। ਜਿਹਦੇ ਕੋ ਧਨ नहीं ਉਹਦੇ ਕੋ ਇਹ ਬਹਾਨਾ ਵਾ कि मैनू किहड़ा कुछ दिता, मैं क्यों भी धन्नवाद करा, मैं क्यों बाणी पढ़ा। ते ਜਿਹਦੇ को धन हैगा, ਜਿਹਦੇ को धन है, वो कहना मेरे को तो टाइम ही नहीं भरावा, मैं तो सवेरे 9 वजे दफ्तर जाना हुंदा वा, 5 वजे उठा तैयार होवां, 1 घंटा मैनू गड्डी ते लगदा, हुण मैं उत्थे जाके फाइलां चैक करा, काम करा कि मैं नितनेम करा। बहुत चंगा बहाना मनुख ने बनाया। जे ਉਹਦੇ को नहीं आ तो वह कहना मैनू चिंता बड़ी, मेरे को नितनेम नहीं हुंदा, मैनू फिकर बड़ा, मैं भज्जा फिरदा वां धन वास्ते, कभी इधर दिहाड़ी करदा, कभी इधर दिहाड़ी करदा। ते जिहदे को धन हैगा, गुरु साहब जी कहंदा, वो कहंदा मैनू इहनूं सामण दी चिंता बड़ी है भी मेरे को चिंता दे करके पाठ नहीं हुंदा। दोवें पासे जिहड़े ना असीं बहाना मार दिंदे। गुरु साहब जी दा पावन वाक है, गुरु साहब बख्शिश करदे ने, जिस ग्रह बहुती तिस ग्रह चिंता, जिस ग्रह थोड़ी सो फिरे परमंता। गुरु साहब कहते जिहदे को ज्यादा माया ना, ज्यादा धन वा, उन्होंने फिक्र पिया कि किते मेरे को खुस ना जाए, वो साम रखता किते रातों रात अगे 500 के नोट बंद हो गए, हुण 2000 देना हो जाए। तो जिहदे को है नहीं, वो कहता मैं तो नितनेम तां नहीं करता, मैनू तो भज नस करनी पैंदी, दिहाड़ी लाउणी पैंदी है। गुरु साहब बख्शिश करते हैं, ये बहाने ना बना, ऐदा ना कर। जे हो सकता है किसी को धन घट या वध होवे, पर शरीर तो उन्हें दिता ना तंदुरुस्त। धन धन जह तो को दियो, तास्यो नेहो ना कीन। तू सच्ची गल तो यह है कि तू उस परमात्मा परमेश्वर वाहिगुरू दे आखे नहीं लग्या, तू ओदा नाम नहीं जपिया, तू उस परमात्मा दे नाल नेहो प्रेम स्नेह नहीं कीता जी। ओ नानक नर बावरे आव क्यों डोलत दीना। गुरु साहब जी ने पिछले श्लोक च तरवास बन्निया कि हुण भी समा, हुण भी समा, तू पतत उदाहरण दी शरण दे विच आ जा। तैनू उस परमात्मा परमेश्वर वाहिगुरू जी ने तन धन सब कुछ दिता सी, तैनू वो दिता ते तू पर ਉਹਦੇ ਨਾਲ प्रेम नहीं किया। पर हुण भी समा हैगा वा, ते जे हुण भी तू ना संभलियो, हजे कुछ बिगड़िया नहीं कि हो मान लो मेरो। ये भी गुरु साहब जी की बाणी है कि हुण भी मन ला, हुण भी ये गल मान ला, जे नहीं मनेगा कहो नानक नर बावरे अब क्यों डोलत दीन। ते हुण जिहड़ा अखीरला समा आ गया, बावरे का अर्थ हुंदा पागल मना, ये पागल मनुखा, ये शदाइया, हुण भी समा हैगा वा। हुण तू डब्बू डोले जे खाई जाना, हुण फिकर करी जाना, हुण दीन बनया फिरदा, हुण मंगता बनया फिरदा, हुण अर्दली बनया फिरदा वा। हजे भी समा वा, हजे भी जिन्ना चिर तेरे अंदर सवास ने, हजे भी वेला हैगा वा। ये वेला बीत जाना वा, बीत जाहे जन्म आकारथ कीन रे। हजे भी समा वा, ये जन्म ऐदा व्यर्थ ना गुजार। ते जिन्ने तेनू धन ते धन दिता, ओदे नाल प्रेम कर, ओदे नाल जुड़ना कर जी। धन संपै सुख दियो आर जेहनी के धाम। गुरु साहब जी बख्शिश करते ने, अखीरला समा हैगा, जे तू अपनी उम्र नंगा ली, जे तू अपनी जवानी नंगा ली,
ਜੇ ਤੂੰ ਆਪਣਾ ਸਮਾਂ ਲੰਘਾ ਲਿਆ, ਹੁਣ ਬਿਰਧ ਹੋ ਗਿਆ, ਤੇ ਹਜੇ ਵੀ ਸਮਾਂ ਹੈਗਾ ਕਿ ਇਹ ਸਾਰਾ ਪਸਾਰਾ ਜਿੰਨੇ ਤੈਨੂੰ ਬਖਸ਼ਿਸ਼ ਕੀਤਾ, ਇਹ ਧਨ ਤੇ ਧਨ ਜਿੰਨੇ ਤੈਨੂੰ ਬਖਸ਼ਿਸ਼ ਕੀਤਾ, ਹੁਣ ਵੀ ਸਮਾਂ ਹੈਗਾ ਵਾ ਉਹਦੇ ਨਾਲ ਜੁੜ ਜਾ, ਨਹੀਂ ਤੇ ਅਖੀਰ ਦੇ ਵਿੱਚ ਤੂੰ ਮੂਰਖਾਂ ਵਾਂਗੂ ਡੱਕੇ ਡੋਲੇ ਖਾਂਦਾ ਹੀ ਜੰਮਾਂ ਦੀ ਫਾਈ ਦੇ ਹੱਥ ਵਸ ਪਵੇਂਗਾ। ਸੋ ਇਸੇ ਗੱਲ ਨੂੰ ਗੁਰੂ ਸਾਹਿਬ ਜੀ ਅਗਾਂਹ ਸਮਝਾਉਂਦੇ ਹੁਣ ਬਖਸ਼ਿਸ਼ ਕਰਦੇ ਨੇ, ਧਨ ਧਨ ਸੰਪੈ ਸੁਖ ਦਿਓ ਔਰ ਜੈ ਨੀਕੇ ਧਾਮ। ਜਿੰਨੇ ਤੈਨੂੰ ਇਹ ਤੰਦਰੁਸਤ ਸਰੀਰ ਬਖਸ਼ਿਸ਼ ਕੀਤਾ ਪਰਮਾਤਮਾ ਨੇ, ਜਿੰਨੇ ਤੈਨੂੰ ਇੰਨਾ ਕਾਰੋਬਾਰ ਧਨ ਬਖਸ਼ਿਸ਼ ਕੀਤਾ, ਸੰਪੈ ਦੇ ਅਰਥ ਹੁੰਦੀ ਹੈ ਸੰਪਤੀ, ਪ੍ਰੋਪਰਟੀ, ਕਾਰੋਬਾਰ ਬਖਸ਼ਿਸ਼ ਕੀਤਾ, ਤੇ ਨਾਲ ਹੀ ਤੈਨੂੰ ਸੁਖ ਦਿਓ, ਤੈਨੂੰ ਤਨ ਦਾ ਸੁੱਖ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਮਿਲਿਆ। ਹੁਣ ਅੱਜ ਅਸੀਂ ਏਸੀ ਦਾ ਬਟਨ ਚਾਲੂ ਕਰ ਲੈਂਦੇ ਹਾਂ, ਉਸੇ ਵੇਲੇ ਉਹ ਤਨ ਦਾ ਸੁੱਖ ਹੀ ਹੈ। ਗੱਡੀਆਂ ਦੇ ਵਿੱਚ ਬਹਿ ਗਏ ਅਸੀਂ, ਹਵਾਈ ਜਹਾਜ਼ਾਂ ਦੇ ਵਿੱਚ ਬਹਿ ਗਏ ਅਸੀਂ, ਵੱਡੀਆਂ ਵੱਡੀਆਂ ਮਸ਼ੀਨਰੀਆਂ ਆ ਗਈਆਂ, ਉਹ ਸਾਰੇ ਤਨ ਦੇ ਸੁੱਖ ਨੇ। ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਉਹ ਸੁੱਖਾਂ ਨੂੰ ਖਰੀਦਣ ਵਾਸਤੇ ਤੈਨੂੰ ਧਨ ਵੀ ਦਿੱਤਾ, ਮਤਲਬ ਤਨ ਦਾ ਸਰੀਰ ਦਾ ਸੁੱਖ ਵੀ ਤੂੰ ਮਾਣ ਰਿਹਾ ਉਹ ਪ੍ਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ, ਤੇ ਧਨ ਦਾ ਸੁੱਖ ਵੀ ਤੂੰ ਮਾਣ ਰਿਹਾ। ਤੇ ਉਸ ਧਨ ਤੋਂ ਤੂੰ ਬੜੀ ਸੰਪਤੀ ਬਣਾ ਲਈ, ਬੜੀ ਜਾਇਦਾਦ ਬਣਾ ਲਈ, ਬੜੀ ਜ਼ਮੀਨ ਬਣਾ ਲਈ, ਬੜੀ ਪ੍ਰਾਪਰਟੀ ਬਣਾ ਲਈ, ਬੜੇ ਪਲਾਟ ਖਰੀਦ ਲਏ, ਬੜੀਆਂ ਕਾਰਾਂ ਖਰੀਦ ਲੀਆਂ, ਬੜੀਆਂ ਕੋਠੀਆਂ ਪਾ ਲੀਆਂ, ਉਹਦਾ ਵੀ ਆਨੰਦ ਮਾਣ ਰਿਹਾ ਤੂੰ। ਗੁਰੂ ਸਾਹਿਬ ਜੀ ਕਹਿੰਦੇ ਉਸ ਸਾਰੀ ਸੰਪਤੀ ਦਾ, ਪ੍ਰਾਪਰਟੀ ਦਾ ਵੀ ਸੁੱਖ ਦਿਓ। ਹੁਣ ਸਾਰੇ ਪਾਸੇ ਸੁੱਖ ਹੀ ਸੁੱਖ ਆ, ਧੀਆਂ ਪੁੱਤਰਾਂ ਵੱਲ ਝਾਤੀ ਮਾਰਦਾ ਉੱਥੇ ਵੀ ਸੁੱਖ ਆ, ਮਹਾਰਾਜ ਨੇ ਕਾਰੋਬਾਰ ਬਹੁਤ ਚੰਗਾ ਸੋਹਣਾ ਬਣਾਇਆ ਉਹਦੇ ਤੇ ਵੀ ਸੁੱਖ ਵਾ, ਤੰਦਰੁਸਤ ਸਰੀਰ ਆ, ਇਹ ਸਭ ਤੋਂ ਵੱਡਾ ਸੁੱਖ ਜੀ, ਤੰਦਰੁਸਤ ਸਰੀਰ ਦਾ ਸਭ ਤੋਂ ਵੱਡਾ ਸੁੱਖ ਆ। ਗੁਰੂ ਸਾਹਿਬ ਜੀ ਕਹਿੰਦੇ ਇਹ ਸਾਰੇ ਸੁੱਖ ਜਿਹੜੇ ਨੇ ਨਾ, ਔਰ ਜਹ ਨੀਕੇ ਧਾਮ, ਬੜੇ ਸੋਹਣੇ ਸੋਹਣੇ ਤੈਨੂੰ ਮੰਦਰ ਦਿੱਤੇ ਰਹਿਣ ਵਾਸਤੇ, ਕੋਠੀਆਂ ਦਿੱਤੀਆਂ, ਇਹ ਸਾਰੇ ਸੁੱਖ ਆਰਾਮ ਉਸ ਪਰਮਾਤਮਾ ਨੇ ਜੇ ਤੈਨੂੰ ਦਿੱਤੇ ਨੇ। ਤੇ ਇਹ ਮਨਾ ਤੂੰ ਇਹ ਗੱਲ ਸਮਝ ਲੈ, ਹੁਣ ਹੋਰ ਕਿਹੜੇ ਪਾਸੇ ਜਾਣਾ। ਹੋ ਸਕਦਾ ਤੇਰੇ ਕੋਲ ਸੁੱਖ ਨਹੀਂ, ਤੇਰੇ ਕੋਲ ਬਹਾਨੇ ਹੋਣਗੇ, ਪਰ ਉਸ ਪਰਮਾਤਮਾ ਨੇ ਜਦੋਂ ਤੈਨੂੰ ਇਹ ਸਾਰੇ ਸੁੱਖ, ਇੱਕ ਮੈਂ ਇੱਥੇ ਬੇਨਤੀ ਕਰਦਾ, ਕਈ ਵਾਰ ਨਾ ਸਾਨੂੰ ਇਹ ਲੱਗਦਾ ਬਾਕੀ ਧਰਮਾਂ 'ਚ ਹੋਊਗਾ ਪਰ ਸਾਡੇ 'ਚ ਨਹੀਂ ਇਹ। ਉਹ ਕਹਿੰਦੇ ਜੀ ਸਭ ਕੁਝ ਛੱਡ ਛੁੱਡ ਕੇ ਨਾ ਜੰਗਲਾਂ ਦੇ ਵਿੱਚ ਚੱਲ ਜਾਓ, ਪਰਿਵਾਰ ਵੀ ਛੱਡ ਦਿਓ, ਕਾਰੋਬਾਰ ਵੀ ਛੱਡ ਦਿਓ, ਸਭ ਕੁਝ ਛੱਡ ਕੇ ਤੇ ਉਦਾਸੀ ਬਣ ਜਾਓ, ਜੰਗਲਾਂ ਦੇ ਵਿੱਚ ਪਹਾੜਾਂ ਵਿੱਚ ਜਾ ਕੇ ਰਹੋ। ਪਰ ਸਾਡੇ ਗੁਰੂ ਨੇ ਨਹੀਂ ਜੇ ਕਿਹਾ, ਕਦੀ ਗੁਰਸਿੱਖ ਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਚੰਗੀਆਂ ਗੱਡੀਆਂ ਨਹੀਂ ਰੱਖਣੀਆਂ, ਤੂੰ ਚੰਗੇ ਪੁਸ਼ਾਕੇ ਨਹੀਂ ਪਾਉਣੇ, ਤੂੰ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਪਾਉਣੀਆਂ, ਤੂੰ ਕਾਰੋਬਾਰ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਸਭ ਕੁਝ ਕਰਨਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪਹਿਲੇ ਪਾਤਸ਼ਾਹ ਗੁਰੂ ਮਹਾਰਾਜ ਜੀ ਦਾ ਸ਼੍ਰੀ ਰਾਗ 'ਚ ਪਹਿਲਾ ਸ਼ਬਦ ਆਪ ਜੀ ਨਾ ਜ਼ਰੂਰ ਦਰਸ਼ਨ ਕਰਿਓ, ਸਰਵਣ ਕਰਿਓ, ਬੜੇ ਕਮਾਲ ਦੇ ਸ਼ਬਦ ਗੁਰੂ ਸਾਹਿਬ ਨੇ ਲਿਖੇ। ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਤੂੰ ਜਿਹੜਾ ਡਬਲ ਬੈੱਡ ਹੈ ਨਾ ਉਹਦੇ 'ਚ ਹੀਰੇ ਜੜਾ ਕੇ ਉਹ ਕਰੋੜਾਂ ਦਾ ਬਣਾ ਕੇ ਉਹਦੇ ਉੱਤੇ ਸੌਂ, ਵੱਡੇ ਵੱਡੇ ਤੂੰ ਆਉਣ ਜਾਣ ਵਾਸਤੇ ਜੰਤਰ ਰੱਖ, ਭਾਵੇਂ ਘੋੜੇ ਰੱਖ ਤੇ ਭਾਵੇਂ ਹੈਲੀਕਾਪਟਰ ਰੱਖ ਤੇ ਭਾਵੇਂ ਜਹਾਜ਼ ਰੱਖ, ਮਨਾ ਹੀ ਨਹੀਂ ਕਿਸੇ ਗੱਲ ਦੀ। ਬਹੁਤ ਵੱਡੀਆਂ ਫੈਕਟਰੀਆਂ ਬਣਾ ਕੇ ਕਾਰੋਬਾਰੀ ਬਣ, ਬੜੇ ਬੜੇ ਲਸ਼ਕਰ ਰੱਖ ਤੂੰ, ਕੋਈ ਗੱਲ ਨਹੀਂ, ਇਹ ਪਾਪ ਨਹੀਂ ਆ, ਇਹ ਮਾੜੀ ਗੱਲ ਨਹੀਂ ਆ। ਹਾਂ, ਇੱਕ ਚੀਜ਼ ਜੇ ਤੂੰ ਨਹੀਂ ਕਰਦਾ ਫਿਰ ਇਹ ਪਾਪ ਆ, ਬੜੇ ਕਮਾਲ ਦੀ ਗੱਲ। ਗੁਰੂ ਸਾਹਿਬ ਜੀ ਕਹਿੰਦੇ ਵੱਡੀਆਂ ਗੱਡੀਆਂ 'ਚ ਰਹਿ ਪਾਪ ਨਹੀਂ, ਹੀਰੇ ਵਾਲੇ ਬੈੱਡ ਦੇ ਉੱਤੇ ਸੋ ਪਾਪ ਨਹੀਂ, ਵੱਡੀਆਂ ਵੱਡੀਆਂ ਫੈਕਟਰੀਆਂ ਕਾਰੋਬਾਰ ਚਲਾ ਪਾਪ ਨਹੀਂ, ਪਰ ਇਹ ਪਾਪ ਉਦਣ ਵਾ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਜਿੱਦਣ ਮੈਂ ਹੀਰੇ ਵਾਲੇ ਬੈੱਡ ਨੂੰ ਵੇਖ ਕੇ ਤੇਰੇ ਨਾਂ ਨੂੰ ਭੁੱਲ ਜਾ, ਜਦੋਂ ਮੈਂ ਵੱਡੇ ਕਾਰੋਬਾਰ ਨੂੰ ਵੇਖ ਕੇ ਤੇਰੀ ਰਹਿਮਤ ਨੂੰ ਭੁੱਲ ਜਾ, ਜਿੱਦਣ ਮੈਂ ਵੱਡੀਆਂ ਵੱਡੀਆਂ ਕੋਠੀਆਂ 'ਚ ਰਹਿ ਕੇ, ਵੱਡੀਆਂ ਵੱਡੀਆਂ ਕਾਰਾਂ 'ਚ ਵਿੱਚ ਰਹਿ ਕੇ ਤੇਰੀ ਬਖਸ਼ਿਸ਼ ਨੂੰ ਭੁੱਲ ਜਾ, ਗੁਰੂ ਸਾਹਿਬ ਕਹਿੰਦੇ ਉਦਣ ਤੂੰ ਪਾਪੀ ਆ। ਜਦੋਂ ਤੂੰ ਵੱਡੀ ਗੱਡੀ 'ਚ ਪੈਂਦਾ ਕਹੇ ਦਾਤਿਆ ਸ਼ੁਕਰ ਆ ਤੇਰੇ ਪੈਰਾਂ ਪਿੱਛੇ ਮੈਨੂੰ ਕਿਰਪਾ ਹੋਈ ਆ। ਜਿੱਦਣ ਤੂੰ ਹੀਰਿਆਂ ਵਾਲੇ ਬੈੱਡ ਤੇ ਕਿਤੇ ਆਰਾਮ ਨਾਲ ਢੋ ਲਾ ਕੇ ਬਹਿਣ ਕਹਿੰਦਾ ਓ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਕਲਗੀਆਂ ਵਾਲਾ, ਇਹ ਤੇਰੀਆਂ ਰਹਿਮਤਾਂ ਨੇ।
ਜਿੱਦਣ ਵੱਡੇ ਵੱਡੇ ਕਾਰੋਬਾਰ ਨੂੰ ਵੇਖੇ, ਜਿੱਦਣ ਤੂੰ ਆਪਣੇ ਬੱਚਿਆਂ ਦੇ ਕਾਰੋਬਾਰ ਨੂੰ ਵੇਖੇ, ਉਦਣ ਆਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇਰੇ ਚਰਨਾਂ ਤੋਂ ਬਗੈਰ ਤਾਂ ਅਸੀਂ ਕੁਛ ਵੀ ਨਹੀਂ। ਗੁਰੂ ਸਾਹਿਬ ਕਹਿੰਦੇ ਫਿਰ ਪਾਪ ਨਹੀਂ ਆ, ਤੂੰ ਆਪਣਾ ਪਰਮਾਤਮਾ ਦਾ ਨਾਂ ਜਿਹੜਾ ਇਹੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਨਾ, ਉਹਦੇ ਨਾਲ ਨੇਹ ਕਰ, ਉਹਦਾ ਧੰਨਵਾਦ ਕਰ, ਉਹਦੇ ਨਾਲ ਜੁੜ। ਬੜੇ ਇੱਕ ਪੁਆਇੰਟ ਦੀ ਇੱਕ ਡੂੰਘੀ ਵਿਚਾਰ ਗੱਲ ਆਪ ਜੀ ਸਰਵਣ ਕਰਿਓ। ਜਦੋਂ ਅਸੀਂ ਕਹਿੰਦੇ ਆ ਨਾ ਕਿ ਗੁਰਸਿੱਖ ਜਿਹੜਾ ਵਾ ਉਹ ਮਾਇਆ ਦੇ ਪਿੱਛੇ ਜਿਹੜਾ ਨਾ ਉਹਨੇ ਮਾਇਆ ਨਹੀਂ ਕਮਾਉਣੀ, ਉਹਨੇ ਬਸ ਰਮਤੇ ਰਹਿਣਾ, ਐਦਾਂ ਨਹੀਂ ਹੈਗਾ, ਐਦਾਂ ਨਹੀਂ ਹੈ ਗੁਰੂ ਕੇ ਪਿਆਰ ਵਾਲਿਓ। ਜਿਸ ਸਿੱਖ ਦਾ ਗੁਰੂ ਦਸਵੰਧ ਦੀ ਕਿਰਪਾ ਕਰਦਾ, ਕਹਿੰਦਾ ਦਸਵੰਧ ਕੱਢਣਾ, ਜਿਸ ਸਿੱਖ ਦਾ ਗੁਰੂ ਸਭ ਤੋਂ ਪਹਿਲਾਂ ਕਹਿੰਦਾ ਕਿਰਤ ਕਰਨੀ, 10 ਨੌਵਾਂ ਦੀ ਕਿਰਤ ਨਹੀਂ ਛੱਡਣੀ। ਚੌਥੇ ਪਾਤਸ਼ਾਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਮਸੰਦ ਜਿਹੜੇ ਸੀ ਜਾਂਦੇ ਸੀ ਦਸਵੰਧ ਲਿਆਉਂਦੇ ਸੀ। ਹੁਣ ਸਿੱਖ ਕਾਰੋਬਾਰ ਕਰਦੇ ਸੀ ਤੇ ਦਸਵੰਧ ਬਣਦਾ ਸੀ। ਜਿਸ ਗੁਰੂ ਦੇ ਤੀਰਾਂ ਦੇ ਉੱਤੇ ਸੋਨਾ ਲੱਗਾ ਹੋਵੇ, ਜਿਸ ਗੁਰੂ ਦੀ ਕਲਗੀ ਦੇ ਉੱਤੇ ਹੀਰੇ ਲੱਗੇ ਹੋਣ, ਤੇ ਜਿਸ ਗੁਰੂ ਦੇ ਅਸਥਾਨ ਦੇ ਉੱਤੇ ਸੋਨੇ ਦੀ ਕਢਾਈ ਕੱਢੀ ਹੋਵੇ, ਉਹ ਗੁਰੂ ਸਾਹਿਬ ਕਿੱਦਾਂ ਕਹੂਗਾ ਆਪਣੇ ਗੁਰਸਿੱਖਾਂ ਨੂੰ ਕਿ ਬਈ ਤੂੰ ਆ ਸਭ ਕੁਝ ਛੱਡ ਦੇ। ਗੁਰੂ ਸਾਹਿਬ ਕਹਿੰਦਾ ਚੜ੍ਹਦੀ ਕਲਾ 'ਚ ਕਰ, ਪਰ ਸਭ ਕੁਝ ਕਰਦੇ ਕਰਦਿਆਂ ਹੱਥ ਜੋੜ ਕੇ ਕਹਿ ਕਿ ਇਹ ਸਾਰੀਆਂ ਦਾਤਾਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਤੇਰੀਆਂ ਨੇ, ਇਹ ਸਭ ਕੁਝ ਤੇਰੇ ਚਰਨਾਂ ਕਰਕੇ ਹੈ। ਇੱਥੇ ਗੁਰੂ ਸਾਹਿਬ ਜੀ ਇਹੀ ਬਖਸ਼ਿਸ਼ ਕਰਦੇ ਹਨ ਕਿ ਇਹ ਸਾਰੀਆਂ ਬਖਸ਼ਿਸ਼ਾਂ, ਇਹ ਸਾਰੀਆਂ ਰਹਿਮਤਾਂ ਜਿਹੜੀਆਂ ਤੂੰ ਮਾਣ ਰਿਹਾ ਹੈ, ਧੰਨ ਧੰਨ ਸੰਪੈ ਸੁਖ ਦਿਓ, ਇਹ ਸਾਰਾ ਕੁਝ ਜਿਹੜਾ ਤੈਨੂੰ ਮਿਲਿਆ ਨਾ, ਔਰ ਜਹ ਨੀਕੈ ਧਾਮ, ਇਹ ਸਾਰੀਆਂ ਉਹਦੀਆਂ ਬਖਸ਼ਿਸ਼ਾਂ ਨੇ। ਬਸ ਇੰਨਾ ਚੇਤੇ ਕਰ ਲਾ, ਹਜੇ ਵੀ ਸਮਾਂ ਵਾ, ਤੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਜਾ ਜੀ। ਨਾਨਕ ਸੁਨ ਰੇ ਮਨਾ, ਸਿਮਰਤ ਕਾਏ ਨਾ ਰਾਮ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੋਹਰ ਲਾ ਕੇ ਨਾ ਕਹਿੰਦੇ ਕਿ ਜੇ ਹੁਣ ਵੀ ਕਹੋ ਨਾਨਕ ਸੁਨ ਰੇ ਮਨਾ, ਇਹ ਮੇਰੇ ਪਿਆਰਿਆ ਮਨਾ, ਜਿੰਨੇ ਤੈਨੂੰ ਇੰਨਾ ਕੁਛ ਦਿੱਤਾ, ਤੰਦਰੁਸਤ ਸਰੀਰ ਦਿੱਤਾ, ਬਹੁਤ ਸੋਹਣਾ ਪਿਆਰਾ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ, ਤੈਨੂੰ ਬਹੁਤ ਸੋਹਣਾ ਕਾਰੋਬਾਰ ਦਿੱਤਾ, ਘਰ-ਬਾਰ ਦਿੱਤਾ, ਬੱਚੇ ਦਿੱਤੇ, ਬੱਚੇ ਸੈੱਟ ਕਰਤੇ, ਤੇ ਜੇ ਤੂੰ ਹਜੇ ਵੀ ਇਹ ਮੇਰੇ ਪਿਆਰਿਆ ਮਨਾ ਕਹੋ ਨਾਨਕ ਸੁਨ ਰੇ ਮਨਾ, ਤੇ ਜੇ ਹਜੇ ਵੀ ਮਨਾ ਤੂੰ ਸਿਮਰਤ ਕਾਹੇ ਨਾ ਰਾਮ, ਜੇ ਹਜੇ ਵੀ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕਰੇਗਾ, ਫਿਰ ਤੇ ਤੂੰ ਜੰਮ ਦੀ ਫਾਹੀ ਵਿੱਚ ਫਸੇਗਾ ਹੀ ਫਸੇਗਾ। ਇਸ ਕਰਕੇ ਜਿੰਨੇ ਤੈਨੂੰ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਇੰਨਾ ਕੁਛ ਦਿੱਤਾ, ਉਹਦਾ ਸਿਮਰਨ ਕਰ ਮਨਾ। ਇੱਕ ਮੈਂ ਬੇਨਤੀ ਕਰਦਾ, ਮਨ ਨੂੰ ਲਾਉਣਾ ਸਿਮਰਨ ਵਾਲੇ ਪਾਸੇ। ਤਨ ਤੋਂ ਗੱਲ ਸ਼ੁਰੂ ਹੋਣੀ ਜੇ, ਤਨ ਤੋਂ ਗੱਲ ਸ਼ੁਰੂ ਹੋਣੀ, ਪਰ ਸਿਮਰਨ ਮਨ ਵਿੱਚ ਜਾਣਾ। ਤੇ ਜੇ ਤਨ ਕਰਦਾ ਰਿਹਾ ਨਾ, ਮਨ 'ਚ ਸਿਮਰਨ ਨਹੀਂ ਗਿਆ, ਤੇ ਗੱਲ ਨਹੀਂ ਜੇ ਬਣਨੀ। ਗੁਰਦੁਆਰੇ ਦੇ ਆਲੇ ਦੁਆਲੇ ਕਦੀ ਉਸ ਨੁੱਕਰ 'ਚ ਕਦੀ ਉਸ ਨੁੱਕਰ 'ਚ ਖਲੋਤੇ ਰਹੇ, ਤੇ ਗੱਲ ਨਹੀਂ ਜੇ ਬਣਨੀ। ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਬਹਿਣਾ ਪੈਣਾ ਜੇ, ਗੁਰੂ ਦੀ ਸਿੱਖਿਆ ਤੇ ਅਮਲ ਕਰਨਾ ਪੈਣਾ ਜੀ, ਗੱਲ ਫਿਰ ਬਣਨੀ ਜੀ। ਉਸੇ ਤਰੀਕੇ ਨਾਲ ਇਹ ਸਰੀਰ ਦੇ ਗੁਰਦੁਆਰੇ ਦੇ ਆਲੇ ਦੁਆਲੇ ਬਾਣੀ ਗਾਲੇ ਤੱਕ ਚੱਲਦੀ ਰਹੀ। ਮੈਨੂੰ ਮਾਫ ਕਰਨਾ, ਸਮਾਂ ਸੀਮਤ। ਦਸਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾ ਦਰਬਾਰ ਸੱਜੇ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਸਾਰੀਆਂ ਸੰਗਤਾਂ ਬੈਠੀਆਂ ਸਨ। ਜਦੋਂ ਸੰਗਤਾਂ ਬੈਠੀਆਂ ਨੇ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਇਹ ਵਾਕਿਆ, ਇਹ ਇਤਿਹਾਸਕ ਘਟਨਾ ਹੈ, ਤੇ ਕੁਛ ਸੰਗਤੀ ਆਉਂਦੇ ਨੇ ਆਗਿਆ ਮੰਗਣ ਵਾਸਤੇ ਕਿ ਸੰਗਤਾਂ ਨੂੰ ਨਾ ਤੇਹ ਬੜੀ ਲੱਗਦੀ, ਗਰਮੀ ਦਾ ਸਮਾਂ ਸੀ, ਤੇ ਜਲ ਛਕਾ ਦਈਏ। ਗੁਰੂ ਸਾਹਿਬ ਮੁਸਕਰਾਉਂਦੇ। ਗੁਰੂ ਸਾਹਿਬ ਇਹੋ ਜਿਹੀ ਚੋਜ ਬਹੁਤ ਕਰਦੇ ਹੁੰਦੇ ਸੀ। ਆਪ ਜੀ ਬਹੁਤ ਸਿਆਣੇ ਸਰੋਤੇ ਜੇ, ਬਹੁਤ ਲੰਮੇ ਸਮੇਂ ਤੋਂ ਬੜੇ ਵਿਦਵਾਨਾਂ ਨੂੰ ਸੁਣਦੇ ਆ ਰਹੇ ਜੇ। ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਬਹੁਤੀ ਤੇਹ ਲੱਗੀ, ਪਹਿਲਾਂ ਉਹਨਾਂ ਨੂੰ ਲਿਆਓ। ਸਾਰਿਆਂ ਦੇ ਇਰਾਦਾ ਹੋ ਸਕਦਾ ਉਹਨਾਂ ਨੂੰ ਪਹਿਲਾਂ ਜਲ ਛਕਾਇਆ ਜਾਵੇ। ਉਹ 4-5 ਜਾਣੇ ਜਿਹੜੇ ਮੇਰੇ ਵਰਗੇ ਬਹੁਤੇ ਕਾਲੇ ਸੀ ਨਾ, ਉਹ ਗੁਰੂ ਸਾਹਿਬ ਜੀ ਦੇ ਸਨਮੁਖ ਆ ਜਾਂਦੇ। ਗੁਰੂ ਸਾਹਿਬ ਜੀ ਕਹਿੰਦੇ ਚਲੋ ਠੀਕ ਹੈ, ਜਲ ਤਾਂ ਤੁਹਾਨੂੰ ਛਕਾਵਾਂਗੇ, ਪਰ ਸਭ ਤੋਂ ਪਹਿਲਾਂ ਨਾ ਇੱਕ ਛੋਟੀ ਜਿਹੀ ਖੇਡ ਖੇਡਣੀ ਆ, ਮੁਕਾਬਲਾ ਕਰਨਾ ਕੰਪੀਟੀਸ਼ਨ ਦਾ। ਸਾਰੇ ਹੈਰਾਨ ਹੋ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਨਾ ਇੱਕ ਮੱਗਾ ਜਲ ਦਾ ਹੱਥ 'ਚ ਫੜਾ ਦਿਓ, ਪਾਣੀ ਦਾ, ਤੇ ਲੀਕ ਖਿੱਚ ਦਿੰਦੇ। ਕਹਿੰਦੇ ਇਸ ਲੀਕ ਤੇ ਖਲੋਣਾ ਸਾਰਿਆਂ ਨੇ। ਉਹ ਜਲ ਦਾ ਜਿਹੜਾ ਮੱਗਾ ਨਾ, ਉਹ ਮੂੰਹ 'ਚ ਭਰ ਕੇ ਤੇ ਉਹਦੇ ਗਰਾਰੇ ਕਰਨੇ ਨੇ, ਤੇ ਗਰਾਰੇ ਕਰਨ ਤੋਂ ਬਾਅਦ ਜ਼ੋਰ ਦੀ ਪਾਣੀ ਮੂੰਹ ਰਾਹੀਂ ਸੁੱਟਣਾ ਵਾ, ਤੇ ਵੇਖਣਾ ਕਿਹਦੀ
ਜਿਹੜੀ ਉਹ ਲੀਕ ਉਹ ਲੰਮੀ ਜਾਂਦੀ दूर 5-7 ਮਿੰਟ ਹੁੰਦਾ ਉਹ ਸਾਰੇ ਜਾਣੇ ਖਲੋਂਦੇ ਨੇ ਉਹ ਗਰਾਰੇ ਕਰਦੇ ਨੇ ਗਰਾਰੇ ਕਰਕੇ ਜ਼ੋਰ ਦੀ ਹੁਣ ਧਿਆਨ ਜਿਹੜਾ ਉਸ ਪਾਸੇ ਲੱਗ ਜਾਂਦਾ ਸਾਰੇ ਵੇਖਣ ਡੈ ਪੈਂਦੇ ਖੇਡ ਦੇ ਵਿੱਚ ਤਾਂ ਬੱਚਾ ਪਰਚ ਜਾਂਦਾ ਮਨ ਇੰਜੋਇਮੈਂਟ ਕਰਨ ਲੱਗ ਪੈਂਦਾ ਉਹ ਇੱਕ ਦੂਜੇ ਦਾ ਅੱਡੀਆਂ ਚੁੱਕ ਚੁੱਕ ਕੇ ਉਹ ਗਾੜੀ ਪਚਕਾਰੀਆਂ ਮਾਰਦੇ ਪਾਣੀ ਦੀਆਂ ਕਿ ਮੇਰੀ ਲੀਕ ਗਾਂ ਗਈ ਮੇਰੀ ਗਾਂ ਗਈ ਜਦੋਂ ਮੱਗਾ ਸਾਰਿਆਂ ਦਾ ਖਾਲੀ ਹੋ ਜਾਂਦਾ ਇੱਕ ਤੇ ਪਹਿਲਾਂ ਦੀ ਤੇਲ ਲੱਗੀ ਹੁੰਦੀ ਆ ਤੇ ਦੂਜਾ ਜ਼ੋਰ ਲੱਗ ਜਾਂਦਾ ਗਰਮੀ ਦਾ ਸਮਾਂ ਹੁੰਦਾ ਬੇਹਾਲ ਹੋ ਜਾਂਦੇ ਆ ਥੱਕ ਹਾਰ ਕੇ ਬੈਠਦੇ ਆ ਤੇ ਉਹ ਕਹਿੰਦੇ ਜੀ ਇਹਦੀ ਲੀਕ ਅੱਗੇ ਗਈ ਜੀ ਇਹਦੀ ਗਈ ਜੀ ਇਹਦੀ ਗਈ 5-7 ਮਿੰਟ ਗੁਰੂ ਸਾਹਿਬ ਜੀ ਉਹਨਾਂ ਵੱਲ ਵੇਖ ਕੇ ਬੜਾ ਮੁਸਕਰਾਉਂਦੇ ਆ ਬਾਅਦ ਚ ਹੱਥ ਜੋੜ ਕੇ ਕਹਿੰਦੇ ਗੁਰੂ ਸਾਹਿਬ ਜੀ ਕਿਰਪਾ ਕਰੋ ਹੁਣ ਜਲ ਛਕ ਲਈਏ ਗੁਰੂ ਸਾਹਿਬ ਕਹਿੰਦੇ ਪੂਰਾ ਮੱਗਾ ਤੁਸੀਂ ਖਾਲੀ ਕਰ ਗਏ ਹਜੇ ਤੁਹਾਡੀ ਤੇ ਨਹੀਂ ਮਿਟੀ ਕਹਿੰਦੇ ਨਹੀਂ ਗੁਰੂ ਮਹਾਰਾਜ ਜੀ ਅਜੇ ਤੇ ਕਿੱਥੋਂ ਮਿਟਣੀ ਸੀ ਗੁਰੂ ਸਾਹਿਬ ਜੀ ਕਹਿੰਦੇ ਕਿਉਂ ਕਹਿੰਦੇ ਉਹ ਤੇ ਗਲੇ ਤੋਂ ਥੱਲੇ ਢਿੱਡ 'ਚ ਜਲ ਗਿਆ ਹੀ ਨਹੀਂ ਪਾਣੀ ਤੇ ਗਿਆ ਹੀ ਨਹੀਂ ਤੇ ਕਿੱਥੋਂ ਮਿਟਣੀ ਆ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਬਸ ਇਸੇ ਤਰੀਕੇ ਨਾਲ ਜਦੋਂ ਬਾਣੀ ਦੇ ਗਰਾਰੇ ਗਲੇ ਤੱਕ ਰਹਿਣ ਨਾ ਹਿਰਦੇ ਤੱਕ ਨਾ ਪਹੁੰਚਣ ਉਦੋਂ ਬਾਣੀ ਅਸਰ ਨਹੀਂ ਕਰਦੀ ਤੇ ਜਦੋਂ ਪਾਣੀ ਦੇ ਗਰਾਰੇ ਗਲੇ ਤੱਕ ਰਹਿਣ ਉਦੋਂ ਪਾਣੀ ਵੀ ਅਸਰ ਢਿੱਡ ਵਿੱਚ ਨਹੀਂ ਕਰਦਾ ਇਹੋ ਜਿਹੇ ਕੌਤਕ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੁੰਦੇ ਸਨ ਸੋ ਗੁਰੂ ਸਾਹਿਬ ਕਹਿੰਦੇ ਮਨ ਕਰਕੇ ਮਨ ਦੇ ਵਿੱਚ ਵੇਖੋ ਸਾਰੀ ਬਾਣੀ ਦੇ ਵਿੱਚ ਮਨ ਨੂੰ ਸੰਬੋਧਨ ਕੀਤਾ ਇਸ ਮਨ ਦੇ ਨਾਲ ਮਨ ਦਾ ਮਣਕਾ ਫੇਰਨਾ ਤਨ ਦਾ ਵੀ ਫੇਰਨਾ ਇਹ ਨਹੀਂ ਗੱਲ ਕਿ ਅਸੀਂ ਤਨ ਦਾ ਨਹੀਂ ਫੇਰਨਾ ਤਨ ਤੋਂ ਗੱਲ ਆਰੰਭ ਹੋਣੀ ਆ ਰਸਨਾ ਤੋਂ ਗੱਲ ਆਰੰਭ ਹੋਣੀ ਆ ਕੰਨਾਂ ਰਾਹੀਂ ਸੁਰਤ ਵਿੱਚ ਜਾ ਕੇ ਬਹਿਣੀ ਆ ਸੋ ਇਸ ਕਰਕੇ ਤੂੰ ਕਿਉਂ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਰਾਮ ਦਾ ਸਿਮਰਨ ਨਹੀਂ ਕਰਦਾ ਹੈ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਤੇ ਇੱਕ ਗੱਲ ਜਾਣ ਲਈ ਜਦੋਂ ਬੰਦੇ ਦੀ ਚੜ੍ਹਾਈ ਹੁੰਦੀ ਆ ਨਾ ਮੇਰੇ ਵਰਗਾ ਪ੍ਰਚਾਰਕ ਜਦੋਂ ਬੋਲਦਾ ਨਾ ਸੰਗਤਾਂ ਸੁਣਦੀਆਂ ਤੇ ਉਹਦੇ ਮਨ ਦਾ ਬੱਲੇ ਬੱਲੇ ਵੇਖਿਆ ਮੇਰਾ ਕਿੰਨਾ ਦਿਮਾਗ ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਮੇਰਾ ਦਿਮਾਗ ਬਹੁਤ ਚੱਲਦਾ ਜਦੋਂ ਕਾਰੋਬਾਰੀ ਦਾ ਬੜਾ ਕਾਰੋਬਾਰ ਚੱਲਦਾ ਨਾ ਉਹ ਕਹਿੰਦਾ ਵੇਖਿਆ ਮੈਂ ਕਿੰਨੀ ਮਿਹਨਤ ਕਰਦਾ ਮੈਂ ਕਿੰਨੀਆਂ ਸਕੀਮਾਂ ਲਾਉਣਾ ਮੇਰਾ ਦਿਮਾਗ ਬਹੁਤ ਚੱਲਦਾ ਜਦੋਂ ਇੱਕ ਨੌਕਰੀ ਵਾਲੇ ਦੀ ਤਰੱਕੀ ਹੁੰਦੀ ਨਾ ਉਹ ਕਹਿੰਦਾ ਮੇਰੀ ਮਿਹਨਤ ਹੀ ਇੰਨੀ ਸੀ ਮੇਰੀ ਤਰੱਕੀ ਇਸ ਕਰਕੇ ਹੋਈ ਕਿ ਮੇਰਾ ਦਿਮਾਗ ਦੂਜਿਆਂ ਨਾਲੋਂ ਤੇਜ਼ ਆ ਮੇਰਾ ਦਿਮਾਗ ਬਹੁਤ ਚੱਲਦਾ ਅਸਲ ਵਿੱਚ ਦਿਮਾਗ ਨਹੀਂ ਚੱਲਦਾ ਹੁੰਦਾ ਉਹ ਗੁਰੂ ਦੀ ਕਿਰਪਾ ਚੱਲਦੀ ਹੁੰਦੀ ਹੈ ਪਿੱਛੇ ਗੁਰੂ ਦੀ ਕਿਰਪਾ ਚੱਲਦੀ ਹੈ ਸੋ ਇਹ ਗੁਰੂ ਦੀ ਕਿਰਪਾ ਸਦਕੇ ਹੀ ਹਰ ਪਾਸੇ ਵਾਧੇ ਪੈਂਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੇ ਜਿੰਨੇ ਵੀ ਸੁੱਖ ਨੇ ਨਾ ਤੇਰੇ ਤਨ ਧਨ ਜਹ ਤੋ ਕੋ ਦਿਓ ਤਨ ਧਨ ਸੰਪੈ ਸੁਖ ਦਿਓ ਇਹ ਜਿੰਨੇ ਵੀ ਸੁੱਖ ਨੇ ਨਾ ਅਸਲ ਵਿੱਚ ਇਹ ਸਾਰੇ ਸੁੱਖ ਤੈਨੂੰ ਇਹ ਗੱਲ ਆਪਣੇ ਪੱਲੇ ਬਣ ਲਾ ਸਭ ਸੁਖ ਦਾਤਾ ਰਾਮ ਹੈ ਇਹ ਸਾਰੇ ਸੁੱਖ ਜਿਹੜੇ ਨੇ ਨਾ ਪਰਮਾਤਮਾ ਨੇ ਇੱਕ ਬੇਨਤੀ ਸੁਣਿਓ ਹੁਣ ਸਮਾਂ ਆਇਆ ਜੀ ਸਾਡੀ ਵਾਢੀ ਦਾ ਅਸੀਂ ਸਾਰਿਆਂ ਨੇ ਦਾਣੇ ਜਿਹੜੇ ਭੜੋਲਿਆਂ 'ਚ ਪਾਏ ਪਿੱਛੇ ਜੇ ਅਸੀਂ ਵਿਚਾਰ ਕਰ ਰਹੇ ਸੀ ਆਪਣੇ ਘਰੇ ਜਿਹੜੇ ਕਰਮਾਂ ਦੇ ਦਾਣੇ ਨੇ ਨਾ ਉਹ ਭਾਵੇਂ ਕਿਸੇ ਵੀ ਭੜੋਲੇ 'ਚ ਪਏ ਨੇ ਭਾਵੇਂ ਕੈਨੇਡਾ ਅਮਰੀਕਾ ਪਏ ਭਾਵੇਂ ਉੱਥੇ ਭੜੋਲੇ ਨਹੀਂ ਨੇ ਜਿਹੜੇ ਸਾਡੇ ਕਰਮਾਂ ਦਾ ਦਾਣਾ ਵਾ ਭਾਵੇਂ ਉਹਦੇ ਭੈਣ ਭਰਾਵਾਂ ਦੇ ਘਰ ਰਿਸ਼ਤੇਦਾਰਾਂ ਦੇ ਭੜੋਲਿਆਂ 'ਚ ਪਿਆ ਤੇ ਭਾਵੇਂ ਉਹ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਭੜੋਲੇ ਦੇ ਵਿੱਚ ਪਿਆ ਉਹ ਸਾਨੂੰ ਮਿਲ ਜਾਣ ਉਹ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਅਸੀਂ ਚੁੱਕ ਲੈਣੇ ਤੇ ਜਿਹੜੇ ਸਾਡੇ ਕਰਮਾਂ 'ਚ ਨਹੀਂ ਉਹ ਸਾਡੇ ਭੜੋਲਿਆਂ 'ਚ ਵੀ ਨਹੀਂ ਮਿਲਦੇ ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰੀ ਤਰੱਕੀ ਤੇਰੇ ਦਿਮਾਗ ਦੀ ਨਹੀਂ ਅਸਲ 'ਚ ਇਹ ਸਾਰੇ ਸੁੱਖ ਜਿਹੜੇ ਨੇ ਸਭ ਸੁਖ ਦਾਤਾ ਰਾਮ ਹੈ ਇਹ ਸਾਰੇ ਸੁੱਖਾਂ ਦੀ ਜਿਹੜੀ ਜੜ ਆ ਜਿਹੜੇ ਤੈਨੂੰ ਸੁੱਖ ਮਿਲ ਰਹੇ ਨੇ ਨਾ ਇਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਕੋ ਮਿਲ ਰਹੇ ਇੱਕ ਸ਼ਬਦ ਬਹੁਤ ਪਿਆਰਾ ਗੁਰੂ ਸਾਹਿਬ ਜੀ ਦਾ ਸੁੱਖ ਦੇ ਉੱਤੇ ਸਾਰਾ ਸ਼ਬਦ ਆਪ ਜੀ ਨੇ ਜ਼ਰੂਰ ਵਾਚਿਆ ਹੋਏਗਾ ਗੁਰੂ ਸਾਹਿਬ ਜੀ ਕਹਿੰਦੇ ਨਾ ਹੀ ਸੁੱਖ ਬਹੁਤੇ ਧਨ ਖਾਟੇ ਕਿ ਬੜੇ ਪੈਸੇ ਇਕੱਠੇ ਕਰ ਲੈਣੇ ਉਹਦੇ 'ਚ ਸੁੱਖ ਨਹੀਂ ਜੇ ਹੈਗਾ ਨਾ ਹੀ ਸੁੱਖ ਭੇਖੇ ਨ੍ਰਿਤ ਨਾਟੇ ਬਹੁਤ ਰੰਗ ਬਿਰੰਗੇ ਨਾਚ ਵੇਖ ਲੈਣੇ ਰੰਗ ਬਿਰੰਗੀਆਂ ਫਿਲਮਾਂ ਵੇਖ ਲੈਣੀਆਂ ਗੁਰੂ ਸਾਹਿਬ ਕਹਿੰਦੇ ਉਹਦੇ 'ਚ ਵੀ ਸੁੱਖ ਨਹੀਂ ਹੈਗਾ ਨਾ ਹੀ ਸੁੱਖ ਬਹੁ ਦੇਸ਼ ਭਰਮਾਏ ਬਹੁਤੇ ਦੇਸ਼ਾਂ ਦੇ ਵਿੱਚ ਜਾ ਕੇ ਜਹਾਜ਼ਾਂ ਦੇ ਵਿੱਚ ਜਾ ਕੇ ਕੈਨੇਡਾ ਵੀ ਵੇਖ ਲਿਆ ਅਮਰੀਕਾ ਵੀ ਵੇਖ ਲਿਆ ਨਿਊਜ਼ੀਲੈਂਡ ਵੇਖ ਲਿਆ ਆਸਟ੍ਰੇਲੀਆ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਇਹਦੇ 'ਚ ਵੀ ਸੁੱਖ ਨਹੀਂ ਹੈਗਾ ਸੁੱਖ ਕਿਹਦੇ 'ਚ ਆ ਸਰਬ ਸੁੱਖ ਹਰ ਹਰ ਗੁਣ गाय केवल ते केवल सर्व सुखा का दाता सतगुर ताकी शरणी पाइये जे सुख को चाहे सदा शरण राम की ले जे तू सुख चाहना दे
ਧੀਆਂ ਪੁੱਤਰ ਵੀ ਉਦਣ ਹੀ ਤੈਨੂੰ ਸੁੱਖ ਦੇਣਗੇ, ਕਾਰੋਬਾਰ ਵੀ ਤੈਨੂੰ ਉਦਣ ਹੀ ਸੁੱਖ ਦੇਗਾ ਜਿੱਦਣ ਉਹਦਾ ਹੁਕਮ ਹੋਏਗਾ। ਸੱਚ ਜਾਣਿਓ। ਤੇ ਕਈ ਵਾਰ ਸੁੱਖ ਦੇ ਸਾਧਨ ਵੀ ਦੁੱਖ ਦਾ ਕਾਰਨ ਬਣ ਜਾਂਦੇ। ਹੁਣ ਕਾਰਾਂ ਸੁੱਖ ਦੇ ਸਾਧਨ ਹੀ ਆ ਨਾ, ਪਰ ਰੱਬ ਨਾ ਕਰੇ ਕੋਈ ਮਾੜੀ ਘਟਨਾ ਆ ਜੇ ਦੁੱਖ ਦਾ ਕਾਰਨ ਬਣ ਜਾਂਦਾ। ਇਲੈਕਟ੍ਰੀਸਿਟੀ ਸੁੱਖ ਦਾ ਸਾਧਨ ਹੀ ਆ, ਰੱਬ ਨਾ ਕਰੇ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਪਰ ਅਸੀਂ ਤਾਂ ਦੂਸਰਿਆਂ ਕੋਲ ਜਾਂਦੇ ਹਾਂ, ਅਸੀਂ ਦੂਸਰਿਆਂ ਕੋਲ ਧਾਗੇ ਵੀ ਬਣਾਉਂਦੇ ਆ, ਅਸੀਂ ਦੂਸਰਿਆਂ ਨੂੰ ਜਾ ਕੇ ਦੀਵੇ ਵੀ ਜਗਾਉਂਦੇ ਆ, ਅਸੀਂ ਮੰਗਲਵਾਰ ਵੀ ਕਰਦੇ ਆ, ਵੀਰਵਾਰ ਵੀ ਕਰਦੇ ਆ। ਮੈਨੂੰ ਮਾਫ ਕਰਿਓ, ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ, ਜਿਹੜੇ ਕਰਦੇ ਨੇ, ਜਿਹੜੇ ਸੁੱਖ ਭਾਲਦੇ ਨੇ। ਤੇ ਸੱਚ ਜਾਣਿਓ ਅਬਲ ਤੇ ਦਾਤ ਗੁਰੂ ਮਹਾਰਾਜ ਨੇ ਹੀ ਦੇਣੀ ਆ। ਤੇ ਜੇ ਉੱਥੋਂ ਕਈ ਵਾਰ ਭੁਲੇਖਾ ਪੈ ਜਾਂਦਾ, ਜੀ ਮੈਨੂੰ ਆ ਜਿਹੜਾ ਨਾ ਆ ਫਲਾਣਾ ਮੇਰਾ ਮੁੰਡਾ ਨਾ ਉੱਥੋਂ ਫਲਾਣੇ ਬਾਬਿਆਂ ਤੋਂ ਹੋਇਆ ਈ, ਤੇ ਫਿਰ ਵੇਖ ਲਿਓ ਉਹਦੀਆਂ ਹਰਕਤਾਂ ਵੀ ਉਹਨਾਂ ਬਾਬਿਆਂ ਵਾਲੀਆਂ ਹੀ ਹੋਣਗੀਆਂ, ਉਹਨਾਂ ਦੇ ਹੱਥ 'ਚ ਹੋਏ ਚਿਲਮ ਹੀ ਹੋਣਗੇ, ਫਿਰ ਸਿਗਾਰਾਂ ਹੀ ਹੋਣਗੀਆਂ, ਫਿਰ ਸਿਗਟਾਂ ਹੀ ਹੋਣਗੀਆਂ। ਇਸ ਕਰਕੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਗੁਰੂ ਸਾਹਿਬ ਜੀ ਕਹਿੰਦੇ ਕਿਤੇ ਨਾ ਭੱਜ, ਕਿਉਂਕਿ ਸਾਰੇ ਸੁੱਖ ਜਿਹੜੇ ਨੇ ਗੁਰੂ ਦੇ ਚਰਨਾਂ ਦੇ ਨਾਲ ਨੇ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀ ਕੋਏ। ਇਹ ਗੱਲ ਆਪਣੇ ਮਨ ਵਿੱਚ ਪੱਕੀ ਕਰਕੇ ਮੰਨ ਲਾ। ਜੇ ਤੂੰ ਸੁੱਖ ਨੂੰ ਚਾਹੁੰਦਾ, ਹਰ ਬੰਦਾ ਚਾਹੁੰਦਾ ਸੁੱਖ। ਅਰਦਾਸਾਂ ਇੱਥੇ ਵੇਖੋ, ਰੋਜ਼ ਅਰਦਾਸਾਂ ਸੁੱਖ ਦੀਆਂ ਹੀ ਹੋਣੀਆਂ। ਗੁਰੂ ਸਾਹਿਬ ਜੀ ਕਹਿੰਦੇ ਸਾਰੇ ਸੁੱਖ ਨੂੰ ਮੰਗਣ ਦੇ ਆ, ਪਰ ਮਿਲਦਾ ਕੀ ਆ? ਸੁੱਖ ਮੰਗੇ ਦੁੱਖ ਆਗਲ ਆਵੇ। ਮੰਗਦਾ ਸੁੱਖ ਪਰ ਦੁੱਖ ਆਉਣ ਡਿਆ ਵਾ। ਕਾਰਨ ਕੀ ਆ? ਕਿ ਕਿਤੇ ਨਾ ਕਿਤੇ ਸਾਡੇ ਕੋਲ ਕੋਈ ਊਨਤਾ ਹੀ ਹੋ ਗਈ ਆ। ਗੁਰੂ ਸਾਹਿਬ ਜੀ ਕਹਿੰਦੇ ਜੇ ਸੁੱਖ ਚਾਹੁੰਨਾ ਤੇ ਉਹਦਾ ਇੱਕ ਫਾਰਮੂਲਾ ਹੈਗਾ, ਕਿਹੜਾ? ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਤੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ, ਗੁਰੂ ਵਾਲਾ ਬਣ ਜਾ, ਗੁਰੂ ਦੇ ਹੁਕਮ ਵਿੱਚ ਆ ਜਾ, ਫੇਰ ਤੈਨੂੰ ਸੁੱਖ ਪ੍ਰਾਪਤ ਹੋਏਗਾ ਜੀ। ਓ ਨਾਨਕ ਸੁਨ ਰੇ ਮਨਾ, ਇਹ ਸਿਮਰਤ ਗਤ ਹੋਏ। ਤੇ ਇੱਕ ਗੱਲ ਤੇ ਅਖੀਰਲੀ ਗੁਰੂ ਸਾਹਿਬ ਕਹਿੰਦੇ ਇਹ ਤੇ ਮੋਹਰ ਵਾ ਨਾ, ਇਹ ਨਹੀਂ ਜੇ ਛੁੱਟਣੀ, ਬਾਕੀ ਚੀਜ਼ਾਂ ਛੁੱਟ ਜਾਣੀਆਂ। ਤੁਸੀਂ ਖਿਆਲ ਕਰਿਓ, ਜਿਸ ਚੀਜ਼ ਵਾਸਤੇ ਮਨੁੱਖ ਨੂੰ ਇਹ ਜਨਮ ਮਿਲਿਆ ਨਾ, ਬੜੀ ਹੈਰਾਨੀ ਦੀ ਗੱਲ। ਗੁਰੂ ਸਾਹਿਬ ਕਹਿੰਦੇ ਤੂੰ ਬਸ ਇੱਕੋ ਕੰਮ ਕਰਨਾ, ਤੂੰ ਸੰਸਾਰ ਤੇ ਜਾਣਾ, ਕੇਵਲ ਇੱਕੋ ਕੰਮ ਕਰਨਾ, ਬਾਕੀ ਤੇਰੀ ਮਰਜ਼ੀ ਹੋਗੀ, ਜੋ ਕਰਨਾ ਉਹ ਕਰ ਲਈ, ਨਹੀਂ ਕਰਨਾ ਉਹ ਨਾ ਕਰੀ। ਇੱਕ ਕੰਮ ਕਰਨਾ। ਕਿਹੜਾ ਕੰਮ ਕਰਨਾ? ਤੂੰ ਜਾ ਕੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨਾ, ਬਸ ਨਾਮ ਜਪਣਾ। ਤੇ ਸੱਚ ਜਾਣਿਓ 100 ਸਾਲ 'ਚ ਉਹ ਇੱਕ ਕੰਮ ਨਹੀਂ ਜੇ ਹੁੰਦਾ, ਬਾਕੀ ਸਾਰੇ ਹੁੰਦੇ ਆ। ਬਾਕੀ ਅਸੀਂ ਸਾਰੇ ਕਰਦੇ ਆ, ਬਾਕੀ ਅਸੀਂ ਸਾਰੇ ਟਾਈਮ ਟੇਬਲ ਬਣਾਇਆ ਹੁੰਦਾ, ਇੰਨੇ ਤੋਂ ਇੰਨੇ ਵਜੇ ਤੱਕ ਆਹ ਕਰਨਾ, ਇੱਥੇ ਜਾਣਾ, ਇਸ ਤੋਂ ਬਾਅਦ ਇੱਥੇ ਜਾਣਾ, ਇੱਥੇ ਜਾਣਾ। ਇਹ ਮੁਆਫ ਕਰਨਾ, ਇਹ ਚੀਜ਼ ਉੱਦਾਂ ਵਾ ਕਿ ਜਿੱਦਾਂ ਕੋਈ ਚਾਹੀਦਾ ਨਹੀਂ, ਮਾੜੀ ਗੱਲ ਵਾ। ਜਿੱਦਾਂ ਕੋਈ ਦਾਜ ਮੰਗਦਾ, ਵਿਆਹ ਹੁੰਦਾ ਮੁੰਡੇ ਦਾ, ਕੁੜੀ ਵਾਲਿਆਂ ਕੋਲ ਦਾਜ ਮੰਗਦਾ, ਉਹ ਲਿਸਟ ਬਣਾਉਂਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਕਾਰ ਵੀ ਚਾਹੀਦੀ, ਏਸੀ ਵੀ ਚਾਹੀਦਾ, ਅਲਮਾਰੀ ਵੀ ਚਾਹੀਦੀ, ਉਹ ਲਿਸਟ ਬਣਾ ਲੈਂਦਾ। ਤੇ ਆਪ ਜੀ ਖਿਆਲ ਕਰਿਓ, ਉਸ ਲਿਸਟ 'ਚ ਸਭ ਕੁਝ ਹੁੰਦਾ। ਉਹ ਸਮਾਨ ਕਿਹਦੇ ਨਾਲ ਆਉਣਾ ਹੁੰਦਾ? ਅਸਲ 'ਚ ਸਮਾਨ ਆਉਣਾ ਹੁੰਦਾ ਉਸ ਗੁੜੀਆ ਦੇ ਨਾਲ। ਚਲੋ ਸਰਦੇ ਬੰਦੇ ਦਿੰਦੇ ਆ ਕਿ ਆਪਣਾ ਗੁਜ਼ਾਰਾ ਕਰਨਗੇ, ਜ਼ਰੂਰਤ ਦੀਆਂ ਚੀਜ਼ਾਂ, ਪਰ ਦਾਜ ਲੈਣਾ ਤੇ ਦੇਣਾ ਗਲਤ ਗੱਲ ਆ। ਉਹ ਲਿਸਟ 'ਚ ਸਭ ਕੁਝ ਹੁੰਦਾ। ਜੇ ਕਿਸੇ ਦਾ ਨਾਂ ਨਹੀਂ ਹੁੰਦਾ ਤੇ ਕਿਹਦਾ ਨਹੀਂ ਹੁੰਦਾ? ਉਹ ਕੁੜੀ ਦਾ ਨਾਂ ਨਹੀਂ ਹੁੰਦਾ। ਜਿਹਦੇ ਨਾਲ ਉਹ ਸਾਰੀਆਂ ਚੀਜ਼ਾਂ ਆਉਣੀਆਂ ਸੀ, ਉਹਦਾ ਹੀ ਨਾਂ ਵਿੱਚ ਨਹੀਂ ਹੈਗਾ, ਉਹਦੀ ਨਹੀਂ ਲੋੜ, ਬਾਕੀ ਸਾਰੀਆਂ ਚੀਜ਼ਾਂ ਦੀ ਲੋੜ। ਉਸੇ ਤਰੀਕੇ ਨਾਲ ਇਸ ਮਨੁੱਖਾ ਜਨਮ 'ਚ ਜੋ ਕੁਛ ਵੀ ਚਾਹੀਦਾ, ਗੁਰੂ ਸਾਹਿਬ ਕਹਿੰਦੇ ਉਸ ਲਿਸਟ ਦੇ ਉਹ ਸਾਰੇ ਸੁੱਖ ਕਿਹਦੇ ਵਿੱਚ ਨੇ? ਪਰਮਾਤਮਾ ਦੇ ਨਾਂ ਵਿੱਚ। ਇਹਦੇ ਤੋਂ ਛੂਟ ਨਹੀਂ ਉਹ ਮਿਲਣੀ, ਇਸ ਤੋਂ ਬਗੈਰ ਤੇਰੀ ਗਤੀ ਨਹੀਂ। ਕਹੋ ਨਾਨਕ ਸੁਨ ਰੇ ਮਨਾ, ਤਹਿ ਸਿਮਰਤ ਗਤ ਹੋਏ। ਪਰਮਾਤਮਾ ਦੇ ਸਿਮਰਨ ਦੇ ਨਾਲ ਹੀ ਗਤੀ ਹੋਣੀ ਆ, ਪਰਮਾਤਮਾ ਦੇ ਸਿਮਰਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੋਣੀ ਆ। ਇਹਦੇ ਤੋਂ ਕੋਈ ਛੂਟ ਨਹੀਂ ਆ। ਇਸ ਕਰਕੇ ਮੇਰੇ ਪਿਆਰੇ ਮਨਾ, ਸਿਮਰਤ ਕਾਹੇ ਨਾ ਰਾਮ। ਕਿਉਂ ਨਹੀਂ ਤੂੰ ਪਰਮਾਤਮਾ ਨਾਲ ਜੁੜਦਾ? ਕਿਉਂ ਨਹੀਂ ਤੂੰ ਪਰਮਾਤਮਾ ਦਾ ਨਾਮ ਜਪਦਾ? ਕਿਉਂ ਨਹੀਂ ਤੂੰ ਗੁਰੂ ਵਾਲਾ ਬਣਦਾ? ਕਿਉਂ ਨਹੀਂ ਤੂੰ ਗੁਰੂ ਦੇ ਹੁਕਮ ਦੇ ਵਿੱਚ ਆਉਂਦਾ? ਇਹ ਸਾਰੀਆਂ ਵਿਚਾਰਾਂ ਗੁਰੂ ਸਾਹਿਬ ਜੀ ਅੱਜ ਜੀ ਦੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਹੁਣ ਆਪ ਜੀ ਇਸ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਸਰਵਣ ਕਰੋ ਤੇ ਆਪਾਂ ਫਤਿਹ ਬੁਲਾਈਏ ਜੀ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ।
ਕਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।